ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਜਿਉ ਜਾਣੈ ਤਿਉ ਰਾਖੇ ਹਰਿ ਪ੍ਰਭ ਤੇਰਿਆ। ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ। ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਵਿਕਰਾਲ ਮਾਇਆ। ਤੋ ਪ੍ਰਸਾਦੀ ਘੂਲੀਐ ਲੂਕ ਕਰਤ ਬਿਕਾਰ ਬਿਖੜੇ। ਪ੍ਰਭ ਨੇਰਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ। ਕਾਢ ਭਵ ਜਲ ਫੇਰਿਆ ਜਿਉ ਬੁਲਾਵ ਹੈ ਤਿਉ ਬੁਲ ਹੈ। ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਕੋਈ ਨਾਮ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ ਹੈ। ਨਾਮ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ ਸਭ ਤੇਰੀ ਵਡਿਆਈ ਹੈ। ਤੇਰੀ ਵਡਿਆਈ ਹੈ ਗੁਰੂ ਜੀ ਸਭ ਤੇਰੀ ਵਡਿਆਈ ਹੈ। ਤੇਰੀ ਵਡਿਆਈ ਹੈ ਤੇਰੀ ਵਡਿਆਈ ਹੈ। ਸਭ ਤੇਰੀ ਵਡਿਆਈ ਹੈ ਸਭ ਤੇਰੀ ਵਡਿਆਈ। ਤੇਰੀ ਵਡਿਆਈ ਸਭ ਤੇ ਵਡਿਆਈ ਹੈ। ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ ਤੇਰੀ ਵਡਿਆਈ ਹੈ।
ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤਾ ਵੈ ਤਾਂ ਸਭ ਸੇਵਾ, ਅਵਰ ਨਾ ਕੋ ਦੂਜਾ ਸੂਝੈ, ਸਾਚੇ ਅਲਖ ਭੇਵਾ। ਚੀਤਾਵੈ ਤਾਂ ਸਦਾ ਦਿਆਲਾ, ਲੋਗਣ ਕਿਆ ਵਿਚਾਰੇ, ਬੁਰਾ ਭਲਾ ਕਹੋ ਕਿਸਨੂੰ ਕਹੀਐ, ਸਗਲੇ ਜੀ ਤੁਮਾਰੇ। ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰਾਖੈ, ਜਿਸ ਜਨ ਉਪਰ ਤੇਰੀ ਕਿਰਪਾ, ਤਿਸਨੂੰ ਬਿਪਨ ਕੋ ਭਾਖੈ। ਉਹ ਸੁਖ ਉਹਾ ਵਡਿਆਈ, ਜੋ ਪ੍ਰਭ ਜੀ ਮਨ ਭਾਣੀ। ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲੈ ਰੰਗ ਮਾਣੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੇ ਮੇਰਾ, ਕੋਈ ਨਾਮ ਨ ਜਾਣੇ ਮੇਰਾ, ਗੁਰੂ ਜੀ ਸਭ ਤੇਰੀ ਵਡਿਆਈ ਹੈ। ਕੋਈ ਨਾਮ ਨ ਜਾਣੇ ਤੇਰੀ ਵਡਿਆਈ ਹੈ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਨਾਮ ਨਾ ਜਾਣੇ ਮੇਰਾ, ਗੁਰੂ ਜੀ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ, ਸਭ ਤੇਰੀ ਵਡਿਆਈ ਹੈ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੂਰੋਂ ਨੇੜਿਓਂ ਚੱਲ ਕੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ 'ਤੇ ਪਹੁੰਚ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਅਤੇ ਵਿਚਾਰਾਂ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਬਾਕੀ ਜੋ ਸਮਾਂ ਰਹਿੰਦਾ ਹੈ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅਤੇ ਸੁਣ ਕੇ
ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਗਤ ਲੋਚਨ ਜੀ ਰੱਬ ਦੇ ਪਿਆਰੇ ਭਗਤ ਹੋਏ ਹਨ। ਭਗਤ ਲੋਚਨ ਜੀ ਨੂੰ ਪੁੱਛਿਆ, ਜਗਿਆਸੂ ਬੈਠੇ ਸੀ ਭਗਤ ਲੋਚਨ ਜੀ ਕੋਲ, ਕਿ ਮਹਾਰਾਜ ਦੁਨੀਆ ਵਿੱਚ ਵੱਡਾ ਕੌਣ ਹੈ? ਜਿਨ੍ਹਾਂ ਨੇ ਬਹੁਤ ਵਿੱਦਿਆ ਪੜ੍ਹੀ ਹੈ, ਜਿਨ੍ਹਾਂ ਕੋਲ ਡਿਗਰੀ ਹੈ ਪੰਡਤ ਦੀ। ਇਹ ਪੰਡਤ ਇੱਕ ਡਿਗਰੀ ਹੈ, ਜਾਤੀ ਦਾ ਪੰਡਤ ਨਹੀਂ ਹੁੰਦਾ, ਜਾਤੀ ਦਾ ਬ੍ਰਾਹਮਣ ਹੁੰਦਾ ਹੈ। ਜਿਹੜਾ ਵਿੱਦਿਆ ਪੜ੍ਹ ਕੇ ਇੰਨਾ ਵਿਦਵਾਨ ਹੋ ਜਾਏ, ਉਹਦੇ ਨਾਮ ਦੇ ਅੱਗੇ ਪੰਡਤ ਲੱਗ ਜਾਂਦਾ ਹੈ। ਜਿਵੇਂ BA MA ਕਰਕੇ MPhil ਕਰਕੇ ਉਸ ਤੋਂ ਅੱਗੇ ਇੱਕ ਡਾਕਟਰ ਦੀ ਡਿਗਰੀ ਮਿਲ ਜਾਂਦੀ ਹੈ। ਇੱਕ ਹੁੰਦਾ ਹੈ MBBS ਕਰਕੇ ਡਾਕਟਰ ਬਣਦਾ ਹੈ, ਇੱਕ ਪੜ੍ਹ ਕੇ ਡਾਕਟਰ ਬਣਦਾ ਹੈ। ਜਿਵੇਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਰਹੇ ਨੇ, ਹੁਣ ਤਾਂ ਸਰੀਰ ਛੱਡ ਗਏ ਉਹ, ਉਹਨਾਂ ਦੇ ਨਾਮ ਦੇ ਅੱਗੇ ਵੀ ਡਾਕਟਰ ਲੱਗਿਆ ਹੋਇਆ ਸੀ। ਇਸ ਤਰ੍ਹਾਂ ਜਿਹੜਾ ਬਹੁਤ ਵਿਦਵਾਨ ਹੈ, ਬਹੁਤ ਗ੍ਰੰਥਾਂ ਦਾ ਮੁਤਾਲਿਆ ਕੀਤਾ ਹੋਇਆ ਜਿਹਨੇ, ਉਹਨੂੰ ਵੀ ਪੰਡਤ ਕਹਿੰਦੇ ਨੇ। ਕਿ ਮਹਾਰਾਜ ਜਿਨ੍ਹਾਂ ਨੇ ਬਹੁਤ ਵਿੱਦਿਆ ਪੜ੍ਹੀ ਹੈ ਉਹ ਵੱਡੇ ਨੇ, ਕਿ ਜਿਹੜੇ ਸੂਰਮੇ ਨੇ, ਰੱਥੀ ਅਤ ਰੱਥੀ ਮਹਾਰਥੀ ਸੂਰਮੇ। ਰੱਥੀ ਸੂਰਮਾ ਹੁੰਦਾ ਜਿਹੜਾ ਸੈਂਕੜੇ ਦੁਸ਼ਮਣਾਂ ਦਾ ਇਕੱਲਾ ਹੀ ਮੁਕਾਬਲਾ ਕਰ ਲਵੇ। ਅਤ ਰੱਥੀ ਹੁੰਦਾ ਜਿਹੜਾ ਹਜ਼ਾਰਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਲਵੇ। ਤੇ ਮਹਾਰਥੀ ਫਿਰ ਜਿੰਨੇ ਮਰਜ਼ੀ ਦੁਸ਼ਮਣ ਹੋਣ ਇਕੱਲਾ ਹੀ ਮੁਕਾਬਲਾ ਕਰ ਲਵੇ। ਮਹਾਰਥੀ ਸੂਰਮੇ ਵੱਡੇ ਨੇ। ਇੱਕ ਸੂਰਮੇ ਨੇ ਜਿਹੜੇ ਜੰਗ ਕਰਕੇ ਦੁਸ਼ਮਣ ਉੱਤੇ ਫਤਿਹ ਪਾਉਂਦੇ ਨੇ, ਪਰ ਬਾਣੀ ਨੇ ਉਹਨਾਂ ਨੂੰ ਵੀ ਸੂਰਮੇ ਆਖਿਆ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਵੀ ਸੂਰਮਾ ਜਿਹਨੂੰ ਅੱਜ ਕੀ ਕਰ ਰਹੇ ਹੋ ਸਪੀਕਰ ਨੂੰ ਬਈ, ਕਦੇ ਘਾਂ ਘਾਂ ਕਰਾਈ ਜਾਂਦੇ, ਟੀ ਟੀ ਕਰਾਈ ਜਾਂਦੇ। ਜਿਨ ਮਿਨ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਭਰਤਰੀ ਜੀ ਕਹਿੰਦੇ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਬਾਣੀ ਚ ਮਹਾਰਾਜ ਕਹਿੰਦੇ ਨੇ, ਮਨ ਜੀਤੈ ਜਗ ਜੀਤ। ਭਰਤਰੀ ਜੀ ਕਹਿੰਦੇ, ਜਿਹਦਾ ਮਨ ਰੂਪੀ ਦੁਸ਼ਮਣ ਜਿਉਂਦਾ, ਉਹਦੇ ਸਾਰੇ ਦੁਸ਼ਮਣ ਜਿਉਂਦੇ ਨੇ। ਤੇ ਜਿਹਨੇ ਮਨ ਰੂਪੀ ਦੁਸ਼ਮਣ ਉੱਤੇ ਫਤਿਹ ਪਾਈ ਹੈ, ਉਹਨੇ ਸਾਰੀ ਦੁਨੀਆ ਉੱਤੇ ਫਤਿਹ ਪਾਈ ਹੈ। ਸਿਕੰਦਰ ਦੇ ਗੁਰੂ ਨੇ ਹੀ ਆਖਿਆ ਸੀ, ਸਿਕੰਦਰ ਜੇ ਤੂੰ ਦੁਨੀਆ ਨੂੰ ਜਿੱਤਣਾ ਚਾਹੁੰਦਾ, ਪਹਿਲਾਂ ਮਨ ਨੂੰ ਜਿੱਤਣਾ ਪਏਗਾ। ਇੱਕ ਸੂਰਮੇ ਉਹ ਹੁੰਦੇ ਨੇ
ਜਿਨ੍ਹਾਂ ਨੇ ਆਪਣੇ ਮਨ ਉੱਤੇ ਫਤਿਹ ਪਾ ਲਈ। ਇੱਕ ਉਹ ਵੀ ਸੂਰਮੇ ਜਿਹੜੇ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਹੁੰਦੇ ਨੇ। ਭਗਤ ਲੋਚਨ ਜੀ ਉਹ ਸੂਰਮੇ ਵੱਡੇ ਨੇ, ਜਾਂ ਜਿਹੜੇ ਚੱਕਰਵਰਤੀ ਰਾਜੇ। ਇੱਕ ਛੋਟੇ ਰਾਜੇ ਹੁੰਦੇ ਨੇ, ਜਿਵੇਂ ਆਪਣੀ ਸਟੇਟਾਂ ਦੇ ਮੁੱਖ ਮੰਤਰੀ ਹੁੰਦੇ ਨੇ, ਪਰ ਸਭ ਦੇ ਉੱਤੇ ਪ੍ਰਧਾਨ ਮੰਤਰੀ ਹੁੰਦਾ ਹੈ। ਇਸ ਤਰ੍ਹਾਂ ਸ਼ਹਿਰਾਂ ਦੇ ਰਾਜੇ, ਇਲਾਕਿਆਂ ਦੇ ਰਾਜੇ, ਪਰ ਜਿਹੜਾ ਸਾਰੇ ਦੇਸ਼ ਦਾ ਰਾਜਾ ਉਹਨੂੰ ਚੱਕਰਵਰਤੀ ਰਾਜਾ ਕਹਿੰਦੇ। ਕਿ ਉਹ ਚੱਕਰਵਰਤੀ ਰਾਜੇ ਵੱਡੇ ਨੇ। ਭਗਤ ਲੋਚਨ ਜੀ ਕਹਿੰਦੇ ਨਹੀਂ, ਵਿਦਵਾਨ ਲੋਕ ਨਹੀਂ ਵੱਡੇ, ਬਹੁਤੇ ਸੂਰਮੇ ਨਹੀਂ ਵੱਡੇ, ਚੱਕਰਵਰਤੀ ਰਾਜੇ ਵੱਡੇ ਨਹੀਂ। ਫਿਰ ਕੌਣ ਵੱਡੇ ਨੇ? ਭਗਤ ਲੋਚਨ ਜੀ ਨੇ ਬਾਣੀ 'ਚ ਦੱਸਿਆ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਤ ਸੂਰ ਛਤਰਪਤ ਰਾਜਾ ਬਰਾਬਰ ਕੋਈ ਨਾ। ਪੰਡਤ ਸੂਰ ਛਤਰਪਤ ਰਾਜਾ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਕੋਈ ਨਾ। ਭਗਤ ਬਰਾਬਰ ਕੋਈ ਨਾ, ਬਰਾਬਰ ਕੋਈ ਨਾ, ਬਰਾਬਰ ਕੋਈ ਨਾ, ਭਗਤ ਬਰਾਬਰ ਕੋਈ ਨਾ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਕੋਈ ਨਾ। ਭਗਤ ਲੋਚਨ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ, ਰੱਬ ਦੀ ਭਗਤੀ ਕੀਤੀ ਹੈ, ਭਗਤਾਂ ਦਾ ਦਰਜਾ ਵੱਡਾ ਹੈ। ਕਿਉਂਕਿ ਭਗਤ ਸੂਰਮੇ ਵੀ ਨੇ, ਉਹਨਾਂ ਨੇ ਮਨ ਤੇ ਫਤਿਹ ਪਾਈ ਹੈ। ਉਹ ਭਗਤ ਵੀ ਨੇ, ਰੱਬ ਦੀ ਭਗਤੀ ਕਰਦੇ ਨੇ, ਤੇ ਉਹ ਦਾਨ ਵੀ ਕਰਦੇ ਨੇ। ਅੱਗੇ ਜੀ ਦਾਨ ਦੇ ਭਗਤੀ ਲਾਏ ਨ ਹਰਿ ਸਿਉ ਲੈਣ ਮਿਲਾਏ। ਸਾਧ ਸੰਗਤ ਜੀ, ਜਿੰਨੇ ਵੀ ਨਾਮ ਜਪਿਆ ਹੈ, ਉਹਨਾਂ ਦੀ ਸਮਾਜ ਵਿੱਚ ਫੁੱਟੀ ਕੌਡੀ ਜਿੰਨੀ ਵੀ ਕਦਰ ਨਹੀਂ ਸੀ। ਜਦ ਪਰਮਾਤਮਾ ਦੀ ਬੰਦਗੀ ਕਰੀ ਉਹਨਾਂ ਨੇ, ਲੱਖਾਂ ਦੇ ਵਿੱਚ ਉਹਨਾਂ ਦਾ ਫਿਰ ਸਤਿਕਾਰ ਹੋਇਆ, ਲੱਖਾਂ 'ਚ ਨਾਮ ਹੋ ਗਿਆ ਉਹਨਾਂ ਦਾ। ਇਹ ਆਪਾਂ ਅੱਜ ਤਾਂ ਵਿਚਾਰ ਸ਼ੁਰੂ ਕਰੀ, ਅੱਜ ਮਹਾਰਿਸ਼ੀ ਵਾਲਮੀਕ ਜੀ ਦਾ ਜਨਮ ਦਿਨ ਹੈ।
ਅੱਜ ਜਯੰਤੀ ਹੈ ਵਾਲਮੀਕ ਜੀ ਦੀ। ਵਾਲਮੀਕੈ ਹੋਆ ਸਾਧੂ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਦੇਖੋ ਤ੍ਰੇਤੇ ਯੁੱਗ ਦੀ ਗੱਲ ਹੈ, ਜਦੋਂ ਵਾਲਮੀਕ ਜੀ ਹੋਏ ਨੇ ਤ੍ਰੇਤੇ ਯੁੱਗ ਦੇ ਵਿੱਚ। ਉਹਨਾਂ ਦਾ ਅੱਜ ਵੀ ਜਨਮ ਦਿਹਾੜਾ ਹਰ ਨਗਰ ਵਿੱਚ, ਹਰ ਸ਼ਹਿਰ ਵਿੱਚ, ਹਰ ਦੇਸ਼ ਵਿੱਚ ਮਨਾਇਆ ਜਾ ਰਿਹਾ। ਪਤਾ ਨਹੀਂ ਕਿੰਨੇ ਕੁ ਰਾਜੇ ਮਹਾਰਾਜੇ ਹੋਏ, ਮਰੇ ਖਪੇ, ਕੌਣ ਜਾਣਦਾ ਉਹਨਾਂ ਨੂੰ, ਕੋਈ ਨਹੀਂ ਜਾਣਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਸੰਗਤ ਨੂੰ ਪੁੱਛਿਆ ਵੀ ਜਦੋਂ ਭਗਤ ਕਬੀਰ ਸਾਡੇ ਦੇਸ਼ ਵਿੱਚ ਹੋਏ ਨੇ, ਉਦੋਂ ਸਾਡੇ ਦੇਸ਼ ਵਿੱਚ ਚੱਕਰਵਰਤੀ ਰਾਜਾ ਕੌਣ ਸੀ? ਸਾਰੇ ਭਾਰਤ ਦੇਸ਼ ਦਾ ਮਾਲਕ ਕੌਣ ਸੀ? ਇੱਕ ਖੱਡੀ ਬੁਣ ਕੇ ਗੁਜ਼ਾਰਾ ਕਰਦੇ ਸੀ ਭਗਤ ਕਬੀਰ, ਤੇ ਕਾਨਿਆਂ ਦੀ ਛੱਪਰੀ 'ਚ ਰਹਿੰਦੇ ਸੀ। ਤੇ ਕਈ ਵਾਰੀ ਛਕਣ ਨੂੰ ਪ੍ਰਸ਼ਾਦਾ ਨਹੀਂ ਸੀ ਹੁੰਦਾ, ਤੇ ਦਾਣੇ ਚੱਬ ਕੇ ਪੈਂਦੇ ਸੀ ਭਗਤ ਕਬੀਰ ਜੀ। ਇਹ ਬਾਣੀ ਦਾ ਬਚਨ ਹੈ ਕਿ ਕਈ ਵਾਰੀ ਭਗਤ ਕਬੀਰ ਦੀ ਮਾਤਾ ਕਹਿੰਦੀ ਸਾਨੂੰ ਦਾਣੇ ਚੱਬ ਕੇ ਪੈਣਾ ਪੈਂਦਾ। ਮੂੰਡ ਪਲੋਸ ਕਮਰ ਬਦ ਪੋਥੀ, ਹਮ ਕੋ ਚਾਬਣ ਉਨ ਕੋ ਰੋਟੀ। ਦਾਣੇ ਚੱਬ ਕੇ ਗੁਜ਼ਾਰਾ ਕਰਦੇ ਸੀ। ਰਾਤ ਨੂੰ ਕਈ ਵਾਰੀ ਛੱਪਰੀ 'ਚ ਰਹਿੰਦੇ ਸੀ, ਖੱਡੀ ਬੁਣ ਕੇ ਗੁਜ਼ਾਰਾ ਕਰਦੇ ਸੀ। ਦੁਨੀਆ ਦਾ ਬੱਚਾ ਬੱਚਾ ਭਗਤ ਕਬੀਰ ਜੀ ਦੇ ਨਾਂ ਨੂੰ ਜਾਣਦਾ ਹੈ। ਉਸ ਵੇਲੇ ਸਾਰੇ ਭਾਰਤ ਦਾ ਬਾਦਸ਼ਾਹ ਕੌਣ ਸੀ, ਮਾਲਕ ਕੌਣ ਸੀ, ਕੋਈ ਵੀ ਨਹੀਂ ਜਾਣਦਾ ਹੈ। ਤੁਹਾਨੂੰ ਕਿਸੇ ਨੂੰ ਪਤਾ ਜਿੰਨੇ ਕੁ ਬੈਠੇ ਹੋ ਪੜ੍ਹੇ ਲਿਖੇ? ਸਰਚ ਬੜੀ ਕਰਦੇ ਹੋ ਤੁਸੀਂ ਹਰ ਵੇਲੇ ਹੀ, ਉਂਗਲੀਆਂ ਜਿਹੀਆਂ ਮਾਰਦੇ ਰਹਿੰਦੇ ਹੋ, ਕਿਸੇ ਨੂੰ ਪਤਾ ਨਹੀਂ ਹੈ। ਸਿਕੰਦਰ ਲੋਧੀ ਬਾਦਸ਼ਾਹ ਸੀ ਉਹ, ਜਿਹਨੇ ਕਬੀਰ ਨੂੰ ਮੁਸ਼ਕਾਂ ਬੰਨ੍ਹ ਕੇ ਸਿੱਟਿਆ ਸੀ ਹਾਥੀ ਦੇ ਅੱਗੇ। ਕਬੀਰ ਜੀ ਨੇ ਸਲਾਮ ਨਹੀਂ ਨਾ ਕਰੀ ਆ ਕੇ ਬਾਦਸ਼ਾਹ ਨੂੰ। ਕਾਜੀ ਮਲਾਣਿਆਂ ਨੇ, ਪੰਡਤਾਂ ਨੇ ਸ਼ਿਕਾਇਤ ਕੀਤੀ, ਜਲਾਹੇ ਜਾਤੀ ਦਾ ਕਬੀਰ ਆਪਣੇ ਆਪ ਨੂੰ ਭਗਤ ਅਖਵਾਉਂਦਾ ਹੈ, ਨਾਮ ਜਪਦਾ ਤੇ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ। ਅਧਿਕਾਰ ਬਣਾਈ ਫਿਰਦੇ ਸੀ ਨਾ ਵੀ ਉੱਚੀਆਂ ਜਾਤਾਂ ਵਾਲੇ ਨਾਮ ਜਪ ਸਕਦੇ ਨੇ। ਹੁਣ ਫਿਰ ਉਹੀ ਬਣਾਉਣ ਲੱਗੇ ਨੇ ਅਧਿਕਾਰ। ਜਿਹੜੀਆਂ ਮੀਰ ਮੰਨੂ ਦੀਆਂ ਸਿਮਰਤੀਆਂ ਸੀ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ ਫਿਰ ਹੁਣੇ, ਵੀ ਬ੍ਰਾਹਮਣ ਤੁਰਿਆ ਆਉਂਦਾ ਤੇ ਅੱਗੋਂ ਸ਼ੂਦਰ ਨੂੰ ਰਾਹ ਛੱਡਣਾ ਪਵੇਗਾ, ਪਰਾਂ ਹੋ ਜਾਏਗਾ ਅੱਗੋਂ। ਇਹ ਉੱਥੇ ਲਿਆਉਣਾ ਚਾਹੁੰਦੇ ਨੇ ਫਿਰ ਹੁਣ। ਗੁਰੂ ਨਾਨਕ ਨੇ ਸਾਨੂੰ ਇੱਕ ਥਾਂ 'ਤੇ ਬਿਠਾਇਆ, ਸਭ ਨੂੰ ਭਾਈ ਭਾਈ ਬਣਾਇਆ, ਪਰ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਹੈ। ਹੋਣਾ ਤਾਂ ਨਹੀਂ ਹੈ, ਹੋਣਾ ਤਾਂ ਉਹੀ ਹੈ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਹੋਏਗਾ ਤਾਂ ਉਹੀ ਜੋ ਪਰਮਾਤਮਾ ਨੂੰ ਮਨਜ਼ੂਰ ਹੈ। ਪਰ ਇਹਨਾਂ ਦੀਆਂ ਕੋਸ਼ਿਸ਼ ਉਹੀ ਨੇ ਕਿ ਜੋ ਮਨੂ ਦੀਆਂ ਸਿਮਰਤੀਆਂ ਵਿੱਚ ਲਿਖਿਆ ਬ੍ਰਾਹਮਣ ਉੱਚਾ ਹੈ, ਉਦੋਂ ਛਤਰੀ ਨੀਵਾਂ, ਉਦੋਂ ਵੈਸ ਨੀਵਾਂ, ਸਭ ਤੋਂ ਨੀਵਾਂ ਸ਼ੂਦਰ ਹੈ। ਸਾਰੇ ਅਧਿਕਾਰ ਬ੍ਰਾਹਮਣ ਨੂੰ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇੱਕੋ ਹੀ ਜਾਤ ਹੈ ਆਪਣੀ ਸਾਰਿਆਂ ਦੀ, ਆਪਣਾ ਮਾਂ ਪਿਓ ਇੱਕੋ ਹੀ ਹੈ। ਕਬੀਰ ਜੀ ਨੂੰ ਬੁਲਾਇਆ, ਕਬੀਰ ਜੀ ਨੇ ਆ ਕੇ ਬਾਦਸ਼ਾਹ ਨੂੰ ਸਲਾਮ ਨਹੀਂ ਕਰੀ ਹੈ। ਉਹ ਕਾਜੀ ਮਲਾਣੇ ਕਹਿੰਦੇ ਜੀ ਕਿੱਡਾ ਹੰਕਾਰੀ ਹੈ, ਤੁਹਾਨੂੰ ਸਲਾਮ ਨਹੀਂ ਕਰੀ ਬਾਦਸ਼ਾਹ ਨੂੰ ਆ ਕੇ। ਵੱਡੇ ਵੱਡੇ ਅਮੀਰ ਤੁਹਾਨੂੰ ਸਲਾਮਾਂ ਕਰਦੇ ਨੇ, ਝੁਕਦੇ ਨੇ, ਕਬੀਰ ਨੇ ਸਲਾਮ ਨਹੀਂ ਕਰੀ।
ਬਾਦਸ਼ਾਹ ਕਹਿੰਦਾ ਉਹ ਕਬੀਰ ਤੂੰ ਸਲਾਮ ਨਹੀਂ ਕੀਤੀ। ਕਬੀਰ ਜੀ ਕਹਿੰਦੇ ਇਹ ਸਿਰ ਪਰਮਾਤਮਾ ਅੱਗੇ ਜਾਂ ਕਿਸੇ ਪਰਮਾਤਮਾ ਦੇ ਪਿਆਰੇ ਅੱਗੇ ਝੁਕ ਸਕਦਾ ਹੈ ਜਿਹੜਾ ਨਾਮ ਜਪਦਾ, ਬਾਣੀ ਪੜ੍ਹਦਾ। ਕਿਸੇ ਹੰਕਾਰੀ ਬਾਦਸ਼ਾਹ ਦੇ ਅੱਗੇ ਸਿਰ ਨਹੀਂ ਝੁਕ ਸਕਦਾ ਹੈ। ਕਿਸੇ ਹੰਕਾਰੀ ਦੇ ਅੱਗੇ ਗੱਲ ਕਹਿ ਦੇ ਉਹਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ। ਅੱਗ ਬਗੁੱਲਾ ਹੋ ਗਿਆ ਉਹ ਬਾਦਸ਼ਾਹ। ਕਹਿੰਦਾ ਇਉਂ ਕਰੋ ਇਹਦੀਆਂ ਮੁਸ਼ਕਾਂ ਬੰਨ੍ਹ ਦਿਓ, ਹੱਥ ਪੈਰ ਨੂੜ ਕੇ ਖੂਨੀ ਹਾਥੀ ਦੇ ਅੱਗੇ ਸਿੱਟੋ ਇਹਨੂੰ। ਉਹ ਸਜ਼ਾ ਦੇਣ ਵਾਸਤੇ ਇਹੋ ਜਿਹੇ ਬਾਦਸ਼ਾਹ ਨੇ ਸਾਰੇ ਰੱਖੇ ਹੁੰਦੇ ਸੀ ਖੂਨੀ ਹਾਥੀ। ਉਹਦੇ ਅੱਗੇ ਜਿਹਨੂੰ ਰੱਖ ਦਿੰਦੇ ਪੈਰਾਂ ਥੱਲੇ ਮਸਲ ਮਸਲ ਕੇ ਮਾਰ ਦਿੰਦਾ ਸੀ, ਸੁੰਡਣਾ ਚੱਕ ਚੱਕ ਕੇ ਧਰਤੀ 'ਤੇ ਮਾਰ ਹੱਡੀਆਂ ਪਸਲੀਆਂ ਭੰਨ ਦਿੰਦਾ ਸੀ। ਕਬੀਰ ਜੀ ਨੂੰ ਹੱਥ ਪੈਰ ਨੂੜ ਕੇ ਹਾਥੀ ਦੇ ਅੱਗੇ ਰੱਖਿਆ। ਜਿਹੜਾ ਉਹਨੂੰ ਹਾਥੀ ਨੂੰ ਚਲਾਉਂਦਾ ਸੀ ਨਾ ਮੁਹਾਵਤ, ਆਪਾਂ ਕਹਿੰਦੇ ਹਾਂ ਗੱਡੀ ਦਾ ਡਰਾਈਵਰ, ਉਹਨੂੰ ਮੁਹਾਵਤ ਕਹਿੰਦੇ ਨੇ, ਜਿਹੜਾ ਹਾਥੀ ਨੂੰ ਲਈ ਫਿਰਦਾ ਹੁੰਦਾ ਹੈ। ਉਹ ਬੜਾ ਪ੍ਰੇਰ ਕੇ ਕਬੀਰ ਜੀ ਵੱਲ ਲਿਆਉਂਦਾ, ਉਹ ਹਾਥੀ ਆਉਂਦਾ ਹੀ ਨਹੀਂ ਹੈ। ਜਦ ਬਹੁਤ ਹੀ ਉਹਨੇ ਤਗੜਾ ਹਾਥੀ ਕਰਕੇ ਲਿਆਂਦਾ ਨਾ ਕਬੀਰ ਜੀ ਦੇ ਕੋਲ, ਹਾਥੀ ਆ ਕੇ ਨਮਸਕਾਰਾਂ ਕਰਨ ਲੱਗ ਗਿਆ ਕਬੀਰ ਜੀ ਨੂੰ। ਇਹ ਬਚਨ ਬਾਣੀ 'ਚ ਲਿਖਿਆ, ਕੋਈ ਕਵਿਤਾ ਨਹੀਂ ਹੈ। ਤੁਸੀਂ ਕਹੋਗੇ ਵੀ ਹਾਥੀ ਨੂੰ ਕਿਹਨੇ ਸਿਖਾਤਾ ਜੀ, ਉਹ ਕਿਹੜਾ ਪੜ੍ਹਿਆ ਹੋਇਆ ਸੀ ਜੀ। ਆ ਪੁੱਠੇ ਪਾਸੇ ਨੂੰ ਅੱਜ ਕੱਲ੍ਹ ਜ਼ਿਆਦਾ ਮਰਦੇ ਨਾ, ਇਹ ਬਾਣੀ ਤੋਂ ਉਲਟ ਅਰਥ ਕਰੀ ਜਾਂਦੇ। ਕਿਆ ਅਪਰਾਧ ਸੰਤ ਹੈ ਕੀਨਾ। ਹੁਣ ਭਗਤ ਕਬੀਰ ਜੀ ਨੂੰ ਬਾਣੀ 'ਚ ਸੰਤ ਲਿਖਿਆ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੁੰਚਰ ਹਾਥੀ ਨੂੰ ਕਹਿੰਦੇ ਨੇ। ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ। ਉਹ ਹਾਥੀ ਨਮਸਕਾਰਾਂ ਕਰੀ ਜਾਂਦਾ ਕਬੀਰ ਜੀ ਨੂੰ, ਉਹਨੂੰ ਕਾਜੀ ਨੂੰ ਸਮਝ ਨਹੀਂ ਆਉਂਦੀ। ਜਿਹੜਾ ਫਤਵਾ ਲਾਉਂਦਾ ਸੀ ਨਾ ਕਾਜੀ, ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ। 3 ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜੂ ਨਹੀਂ ਪਤੀਨਾ। 3 ਵਾਰੀ ਭਗਤ ਕਬੀਰ ਜੀ ਨੂੰ ਹਾਥੀ ਦੇ ਅੱਗੇ ਸਿੱਟਿਆ। ਉਹ ਨਮਸਕਾਰਾਂ ਕਰਦਾ, ਜਦੋਂ ਬਹੁਤ ਆ ਗਿਆ ਦੌੜ ਗਿਆ, ਚੀਕਾਂ ਮਾਰਦਾ ਹਾਥੀ, ਕੁਛ ਨਹੀਂ ਆਖਿਆ ਹੈ। ਉਹਦੇ ਵਿੱਚ ਵੀ ਰੱਬ ਨੇ ਪਾਈ ਹੋਈ ਨਾ ਜਿਹੜੀ ਰੂਹ ਹੈ, ਇੱਧਰ ਰੱਬ ਦਾ ਭਗਤ ਹੈ। ਉਹ ਕਹਿੰਦਾ ਫਿਰ ਕਬੀਰ ਨੂੰ, ਜਿੱਥੇ ਤੇਜ਼ ਪਾਣੀ ਚੱਲਦਾ ਨਾ ਗੰਗਾ ਦੇ ਵਿੱਚ, ਡੂੰਘਾ ਤੇ ਤੇਜ਼, ਆ ਹੱਥ ਕੜੀਆਂ ਲਾ ਕੇ ਪੈਰਾਂ ਨੂੰ ਬੇੜੀਆਂ ਲਾ ਕੇ ਜਾ ਕੇ ਗੰਗਾ ਦੇ ਵਿੱਚ ਸਿੱਟ ਦਿਓ। ਗੰਗ ਗਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਉਹ ਕਬੀਰ ਗੰਗਾ ਦੇ ਉੱਤੇ, ਪਾਣੀ ਦੇ ਉੱਤੇ ਜਿਵੇਂ ਮਿਰਗਸ਼ਾਲਾ 'ਤੇ ਬੈਠੇ, ਉਹ ਜਿਹੜੀਆਂ ਹੱਥ ਕੜੀਆਂ ਸੀ ਨਾ ਹੱਥਾਂ 'ਚੋਂ ਨਿਕਲੀਆਂ, ਖੜਤਾਲਾਂ ਬਣਾ ਲਈਆਂ। ਉਹ ਵਜਾਉਂਦੇ ਨੇ ਹੱਥ ਕੜੀਆਂ ਨੂੰ, ਅਤੇ ਨਾਲੇ ਇਹ ਉੱਚੀ ਉੱਚੀ ਸ਼ਬਦ ਪੜ੍ਹਦੇ ਨੇ, ਟੁੱਟੀ ਜੰਜੀਰ ਜੀ ਗੰਗਾ ਕੀ ਲਹਿਰ ਮੇਰੀ, ਟੁੱਟੀ ਜੰਜੀਰ ਜੀ गंगा की लहर मेरी। हाँ टुटी जंजीर दी
जी गंगा की लहर मेरी टूटी जंजीर, गंगा की लहर मेरी। ਉਹ ਦੁਨੀਆ ਉੱਤੇ ਰਾਜੇ ਮਹਾਰਾਜੇ ਹੋ ਕੇ ਚਲੇ ਗਏ, ਕੋਈ ਉਹਨਾਂ ਦੇ ਨਾਂ ਨੂੰ ਨਹੀਂ ਜਾਣਦਾ ਹੈ। ਪਰ ਸਾਧ ਸੰਗਤ ਜੀ ਜਿਨ੍ਹਾਂ ਨੇ ਨਾਮ ਜਪਿਆ, ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਉਹਨਾਂ ਦੀ ਰਹਿਣ ਵਾਲੀ ਝੌਂਪੜੀ ਟੁੱਟੀ ਫੁੱਟੀ ਹੈ, ਝੌਂਪੜੀ ਆ ਛੱਪਰੀ ਉੱਤੇ ਤਾਂ ਬੰਗਾਲੀ ਬਹੁਤ ਪੈਸੇ ਲਾ ਦਿੰਦੇ ਨੇ, ਲੱਖਾਂ ਰੁਪਏ ਲਾ ਦਿੰਦੇ ਨੇ ਬੰਗਾਲੀ ਛੱਪਰੀ 'ਤੇ। ਪਰ ਝੌਂਪੜੀ ਤਾਂ ਆਪਾਂ ਜਿਵੇਂ ਆ ਕਿਸੇ ਖੱਤੇ ਦੇ ਖੂੰਜੇ 'ਚ ਡੱਕੇ ਜਿਹੇ ਉੱਤੇ ਗੱਡ ਕੇ ਉੱਤੇ ਕੱਖ ਸਿੱਟ ਲਿਆ, ਝੌਂਪੜੀ ਬਣਾ ਲੈਂਦੇ ਹਾਂ, ਉਹ ਵੀ ਟੁੱਟੀ ਫੁੱਟੀ ਹੈ। ਕੱਪੜੇ ਵੀ ਤਣ ਦੇ ਪਾਟੇ ਨੇ, ਲੀਰਾਂ ਲਮਕਦੀਆਂ ਨੇ। ਉਹਦੀ ਜਾਤ ਵੀ ਚੰਗੀ ਨਹੀਂ ਹੈ, ਕੋਈ ਮਾਣ ਤਾਣ ਵੀ ਨਹੀਂ ਕਰਦਾ ਹੈ, ਸਤਿਕਾਰ ਵੀ ਕੋਈ ਨਹੀਂ, ਰੂਹੀਆਂ 'ਚ ਜੰਗਲਾਂ 'ਚ ਫਿਰਦਾ ਰਹਿੰਦਾ। ਉਹਦਾ ਕੋਈ ਮਿੱਤਰ ਮੇਲੀ ਵੀ ਨਹੀਂ। ਇਹੋ ਜਿਹਾ ਦਾ ਕੌਣ ਬਣਦਾ ਮਿੱਤਰ ਮੇਲੀ? ਲੋਕ ਦੇਖ ਕੇ ਕੁਛ ਬਣਦੇ ਨੇ, ਉਹਦੇ ਕੋਲ ਹੈਗਾ ਕੁਛ, ਉਹਦਾ ਮਿੱਤਰ ਬਣਦੇ ਨੇ। ਗਰੀਬ ਤਾਂ ਰਿਸ਼ਤੇਦਾਰ ਕੋਲ ਵੀ ਨਹੀਂ ਜਾਂਦੇ ਲੋਕ, ਪਤਾ ਹੋਵੇ ਨਾ ਗਰੀਬ ਹੈ, ਉਹਦਾ ਨਾਂ ਹੀ ਨਹੀਂ ਲੈਂਦੇ ਵੀ ਲਾਹੌਰਾਂ ਸਾਡਾ ਰਿਸ਼ਤੇਦਾਰ ਹੈਗਾ ਕੋਈ। ਜੇ ਮਾੜਾ ਜਿਹਾ ਕੰਮ ਵਾਹਵਾ ਹੋਵੇ ਫਿਰ ਜਾਣ ਕੇ ਰਿਸ਼ਤੇਦਾਰੀਆਂ ਬਣਾਈ ਜਾਣਗੇ। ਸਾਡੇ ਪਿੰਡ ਦੀ ਲੜਕੀ ਆ, ਉਹ ਨਾ ਫਲਾਣੇ ਟਿਮਕੇ ਉਂਝ ਹੀ ਰਿਸ਼ਤੇਦਾਰੀਆਂ ਜੋੜੀ ਜਾਣਗੇ ਫਿਰ, ਕਿਉਂਕਿ ਦੁਨੀਆ ਦੀ ਮਿੱਤਰ ਮੇਲੀ ਤਾਂ ਕੁਛ ਲੈਣ ਦੇਣ ਵਾਸਤੇ ਹੁੰਦੀ ਹੈ ਨਾ, ਜਿਹਦੇ ਕੋਲ ਆਸ ਹੋਵੇ। ਅਤੇ ਇਹੋ ਜਿਹਿਆਂ ਦਾ ਕਿੰਨੇ ਮਿੱਤਰ ਬਣਨਾ? ਛੱਪਰੀ ਵੀ ਟੁੱਟੀ ਹੈ, ਕੱਪੜੇ ਵੀ ਪਾਟੇ ਨੇ, ਰੂਪ ਰੰਗ ਵੀ ਚੰਗਾ ਨਹੀਂ, ਮਿੱਤਰ ਮੇਲੀ ਉਹਦਾ ਕੌਣ ਬਣਦਾ ਹੁੰਦਾ ਫਿਰ? ਮਿੱਤਰ ਨਾ ਇਟ ਤਨ ਰੂਪਹੀਨ, ਕੋਈ ਰਿਸ਼ਤੇਦਾਰ ਸਾਗ ਸਰਬੰਧੀ ਵੀ ਕੋਈ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਉਹਦਾ ਮਨ ਨਾਮ ਨਾਲ ਜੁੜਿਆ ਹੋਇਆ ਨਾ, ਛੱਪਰੀ ਟੁੱਟੀ ਹੈ, ਪਾਟੇ ਕੱਪੜੇ ਨੇ ਤਨ ਦੇ ਉੱਤੇ, ਰੂਪ ਰੰਗ ਚੰਗਾ ਨਹੀਂ, ਜਾਤ ਵੀ ਚੰਗੀ ਨਹੀਂ, ਕੋਈ ਮਿੱਤਰ ਮੇਲੀ ਰਿਸ਼ਤੇਦਾਰ ਵੀ ਕੋਈ ਨਹੀਂ ਉਹਦਾ। ਪਰ ਜੇ ਉਹਦਾ ਮਨ ਸ਼ਬਦ ਨਾਲ ਜੁੜਿਆ, ਨਾਮ ਨਾਲ ਜੁੜਿਆ ਨਾ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਾਰੀ ਦੁਨੀਆ ਦਾ ਰਾਜਾ ਉਹਦੇ ਚਰਨਾਂ ਦੀ ਧੂੜ ਵਰਗਾ ਨਹੀਂ ਹੋ ਸਕਦਾ ਹੈ। ਉਹਦੇ ਵਰਗਾ ਨਹੀਂ, ਉਹਦੇ ਚਰਨਾਂ ਦੀ ਧੂੜ ਵਰਗਾ। ਪਰਮੇਸ਼ਰ ਕਹਿੰਦਾ ਮੈਨੂੰ ਇਹੋ ਜਿਹਾ ਦੀ ਕਿਤੇ ਧੂੜੀ ਮਿਲ ਜਾਏ ਮੈਂ ਵੀ ਖੁਸ਼ ਹਾਂ। ਬਾਣੀ ਦਾ ਬਚਨ ਹੈ ਸੱਚੇ ਪਾਤਸ਼ਾਹ ਦਾ, ਗੱਜ ਕੇ ਪੜ੍ਹੋ ਸਾਰੇ ਸ਼ਬਦ। ਜਿਹਦਾ ਮਨ ਹਰੀ ਨਾਮ ਨਾਲ ਲੱਗਿਆ, ਰਾਜਾ ਸਾਰੀ ਦੁਨੀਆ ਦਾ ਵਈ। ਜਿਹਦਾ ਮਨ ਹਰੀ ਨਾਮ ਨਾਲ ਲੱਗਿਆ, ਰਾਜਾ ਸਾਰੀ ਦੁਨੀਆ ਦਾ। ਰਾਜਾ ਸਾਰੀ ਦੁਨੀਆ। ਗੱਜ ਕੇ ਗੱਜ ਕੇ ਜਿਹਦਾ ਮਨ ਹਰੀ ਨਾਮ ਨਾਲ ਲੱਗਿਆ, ਨਾਮ ਨਾਲ ਰਾਜਾ ਸਾਰੀ ਦੁਨੀਆ। ਜਿਹਦਾ ਮਨ ਸੱਚੇ ਨਾਮ ਨਾਲ ਲੱਗਿਆ, ਰਾਜਾ ਸਾਰੀ ਦੁਨੀਆ ਦਾ।
प्यारे जी राजा सारी दुनिया दा, प्यारे जी राजा सारी दुनिया दा। ਮਨ ਹਰੀ ਨਾਮ ਨਾਲ ਲੱਗਿਆ, ਮਨ ਹਰੀ ਨਾਮ ਨਾਲ ਲੱਗਿਆ। ਜਿਹਦਾ ਮਨ ਹਰੀ ਨਾਮ ਨਾਲ ਲੱਗਿਆ, ਉਹ ਰਾਜਾ ਸਾਰੀ ਦੁਨੀਆ। ਜਿਹਦਾ ਮਨ ਹਰੀ ਨਾਮ ਨਾਲ ਲੱਗਿਆ, ਰਾਜਾ ਸਾਰੀ ਦੁਨੀਆ ਦਾ। ਵਸਤਾ ਟੁੱਟੀ ਝੌਂਪੜੀ ਹੀ ਸਭ ਛਿੰਨਾ, ਜਾਤ ਨ ਪਾਤ ਨ ਆਦਰੋ। ਜਾਤ ਨ ਪਤ ਨ ਆਦਰੋ, ਉਹਦੇ ਹਨ ਪਰ ਮਿੰਨਾ। ਮਿੱਤਰ ਨਾਇਟ ਤਨ ਰੂਪਹੀਨ, ਮਿੱਤਰ ਨਾਇਟ ਤਨ ਰੂਪਹੀਨ। ਕਿਸਾ ਕਨ ਸਿਨ ਰਾਜਾ ਸਗਲੀ ਸ੍ਰਿਸ਼ਟ ਕਾ। राजा सगली सृष्ट का हर नामन पिन्ना, जिसकी धूड़ मन उतरै प्रभ होए सो प्रसन्ना। बसा टूटी झौंपड़ी। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਭਾਵੇਂ ਉਹ ਕੱਖਾਂ ਦੀ ਕੁੱਲੀ 'ਚ ਰਹਿੰਦੇ ਸੀ, ਪਾਟੇ ਕੱਪੜੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ। ਇਹ ਝੂਠੀਆਂ ਨੇ ਬਾਦਸ਼ਾਹੀਆਂ, ਅੱਜ ਕਿਸੇ ਦੀਆਂ ਨੇ, ਕੱਲ੍ਹ ਨੂੰ ਕਿਸੇ ਦੀਆਂ। ਪਹਿਲਾਂ ਬਣਦੀਆਂ ਖੁਸ਼ੀਆਂ, ਹੁਣ ਜਾਣ ਦੀ ਚਿੰਤਾ ਲੱਗੀ ਪਈ ਆ। ਹੁਣ ਵੀ ਹੁਣ ਚਲਿਆ ਜਾਏਗਾ। ਇਹ ਤਾਂ ਬੜੇ ਬਣ ਕੇ ਗਏ ਨੇ ਇੱਥੇ। ਸਤਿਗੁਰ ਸੱਚਾ ਪਾਤਸ਼ਾਹ, ਹੋਰ ਪਾਤਸ਼ਾਹ ਝੂਠੇ ਦੁਨਿਆਵੀ। ਇਹ ਤਾਂ ਝੂਠੇ ਨੇ, ਝੂਠੀਆਂ ਪਾਤਸ਼ਾਹੀਆਂ ਨੇ। ਇਹਨਾਂ ਦੀਆਂ ਤਾਂ ਆਪਣੀਆਂ ਘਰ ਦੀਆਂ ਨਹੀਂ, ਇਹ ਤਾਂ ਲੋਕਾਂ ਦੀਆਂ ਦਿੱਤੀਆਂ ਹੋਈਆਂ ਨੇ। ਲੋਕੀ ਵੋਟਾਂ ਪਾ ਕੇ ਇਹਨਾਂ ਨੂੰ ਪਾਤਸ਼ਾਹੀਆਂ ਦੇ ਦਿੰਦੇ ਨੇ। ਜਦ ਇਹ ਜ਼ੁਲਮ ਕਰਦੇ ਨੇ, ਫਿਰ ਪਰਜਾ ਉਲਟਾ ਦਿੰਦੀ ਹੈ ਪਾਸਾ ਇਹਨਾਂ ਦਾ। ਪਰ ਸਾਧ ਸੰਗਤ ਜੀ, ਜਿਹੜਾ ਨਾਮ ਜਪਦਾ, ਗੁਰੂ ਮਹਾਰਾਜ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ
ਪਾਤਸ਼ਾਹੋ। ਪਾਤਸ਼ਾਹੀ ਤਾਂ ਇੱਕ ਬਚਨ ਹੈ, ਪਾਤਸ਼ਾਹੋ ਬਹੁ ਬਚਨ। ਕਈ ਪਾਤਸ਼ਾਹ ਉਹਦੇ ਵਰਗੇ ਨਹੀਂ ਹੋ ਸਕਦੇ ਜਿਹੜਾ ਗੁਰਮੁਖ ਬਣ ਕੇ ਬੰਦਗੀ ਕਰਦਾ, ਸਿਮਰਨ ਕਰਦਾ, ਬਾਣੀ ਪੜ੍ਹਦਾ, ਉਹਦੀ ਸਿਫਤ ਸਲਾਹ ਕਰਦਾ। ਇੱਕ ਸ਼ਬਦ ਵਿੱਚ 5 ਭਗਤਾਂ ਦਾ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਨੇ ਬਾਣੀ 'ਚ। ਪਹਿਲਾ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਮਨ ਕਰਕੇ, ਕਰਮ ਕਰਕੇ, ਬਚਨ ਕਰਕੇ, ਸਵੇਰੇ ਵੀ, ਦੁਪਹਿਰੇ ਵੀ, ਸ਼ਾਮ ਨੂੰ ਵੀ, ਬਚਪਨ ਵਿੱਚ ਵੀ, ਜਵਾਨੀ ਵਿੱਚ ਵੀ, ਬੁਢੇਪੇ ਵਿੱਚ ਵੀ। 3 ਵਾਰੀ ਆਖੇ ਨਾ, ਗੋਬਿੰਦ 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 ਸੰਗ। ਪਤਾ ਨਹੀਂ ਵਿਦਵਾਨ ਕਿੰਨੇ ਕੁ ਅਰਥ ਕਰ ਦਿੰਦੇ ਨੇ ਇਹਦੇ। ਵਿਦਿਆ ਹੁੰਦੀ ਹੈ ਨਾ, ਵਿਦਿਆ ਆਤ, ਵਿਦਿਆਵਾਨ। ਪਰ ਜਿਹੜੇ ਤਾਂ ਗੁਰਮਤਿ ਅਨੁਸਾਰ ਕਰਦੇ ਨੇ, ਸਤਿਕਾਰਯੋਗ ਨੇ। ਅੱਜ ਗਿਆਨਾ ਸਿੰਘ ਨਵੇਂ ਜੇ ਚੱਲੇ ਹੋਏ ਨੇ ਨਾ, ਉਹ ਗੁਰੂ ਕੇ ਸਥਾਨਾਂ ਨੂੰ, ਗੁਰੂ ਕੇ ਸਰੋਵਰਾਂ ਨੂੰ, ਗੁਰੂ ਕੇ ਨਿਸ਼ਾਨਾਂ ਨੂੰ, ਗੁਰੂ ਕੇ ਇਤਿਹਾਸ 'ਤੇ ਸਵਾਲ ਕਰੀ ਜਾਂਦੇ ਨੇ। ਸੋ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਨਾਮਦੇਵ ਛਿੰਬੇ ਜਾਤੀ ਵਿੱਚ ਹੋਏ ਨੇ, ਤੇ ਸਮਾਜ ਦੇ ਵਿੱਚ ਉਹਨਾਂ ਦੀ ਅੱਧੀ ਦਮੜੀ ਜਿੰਨੀ ਵੀ ਇੱਜ਼ਤ ਨਹੀਂ ਸੀ। ਆੜ ਦਾਮ ਕੋ ਛੀਪਰੋ, ਅੱਧੀ ਦਮੜੀ ਹੋਇਓ ਲਾਖੀਣਾ। ਉਹ ਲੱਖਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਹੋਇਆ। ਕਦੋਂ? ਜਦ ਉਹਨਾਂ ਨੇ ਨਾਮ ਜਪਿਆ, ਭਗਤ ਨਾਮਦੇਵ ਜੀ ਨੇ। 72 ਵਾਰੀ ਪਰਮਾਤਮਾ ਨੇ ਨਾਮਦੇਵ ਨੂੰ ਦਰਸ਼ਨ ਦਿੱਤੇ ਆ, ਨਿਰਗੁਣ ਤੋਂ ਸਰਗੁਣ ਰੂਪ ਧਾਰ ਕੇ। 72 ਵਾਰੀ। ਇੱਕ ਵਾਰੀ ਤਾਂ ਛੋਟੇ ਜਿਹੇ ਸੀ ਨਾਮਦੇਵ ਜੀ, ਉਦੋਂ ਹੀ ਦਰਸ਼ਨ ਦੇ ਦਿੱਤੇ ਸੀ ਭਗਵਾਨ ਨੇ। ਇਹਨਾਂ ਦਾ ਨਾਨਾ ਬਾਮਦੇਵ ਸੀ, ਉਹ ਠਾਕਰਾਂ ਦੀ ਪੂਜਾ ਕਰਦਾ ਹੁੰਦਾ ਸੀ। ਉਹਨਾਂ ਨੇ ਕਿਸੇ ਕੰਮ ਜਾਣਾ ਸੀ, ਨਾਮਦੇਵ ਜੀ ਨੂੰ ਕਹਿੰਦੇ, ਨਾਮਦੇਵ ਆ ਤੂੰ ਠਾਕਰਾਂ ਦਾ ਇਸ਼ਨਾਨ ਕਰਾਈ, ਧੂਪ ਬੱਤੀ ਕਰਕੇ, ਗਾਂ ਚੋ ਕੇ ਉਹਦੇ ਦੁੱਧ ਦਾ ਭੋਗ ਲਾਉਣਾ ਠਾਕਰਾਂ ਨੂੰ। ਨਾਮਦੇਵ ਜੀ ਨੇ ਸਵੇਰੇ ਇਸ਼ਨਾਨ ਪਾਣ ਕਰਾਇਆ, ਧੂਪ ਬੱਤੀ ਕਰੀ, ਗਾਂ ਦਾ ਦੁੱਧ ਚੋ ਕੇ ਲਿਆ ਕੇ ਠਾਕਰਾਂ ਦੇ ਅੱਗੇ ਰੱਖਤਾ। ਅਰਦਾਸ ਕੀਤੀ, ਇਹ ਠਾਕਰ ਭਗਵਾਨ, ਬਾਣੀ ਦੇ ਵਿੱਚ ਪਰਮਾਤਮਾ ਨੂੰ ਠਾਕਰ ਲਿਖਿਆ, ਤੂੰ ਠਾਕਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਜੋ ਮੰਗੈ ਠਾਕੁਰ ਆਪਣੇ ਤੇ। ਉਹ ਪੱਥਰ ਵਾਲੇ ਨੂੰ ਨਹੀਂ ਆਪਾਂ ਕਹਿੰਦੇ ਠਾਕਰ, ਉਹ ਜਿਹੜਾ ਪਰਮਾਤਮਾ ਸਭ ਨੂੰ ਪਾਲਣ ਵਾਲਾ ਹੈ, ਰੋਜ਼ ਹੀ ਦਿਆਂਦਾ ਹੈ, ਰਾਜ ਕਰੇਂਦਾ ਹੈ, ਉਹਨੂੰ ਆਖਿਆ ਠਾਕੁਰ ਬਾਣੀ। ਖੈਰ ਉਹ ਮੱਤਾਂ ਅਨੁਸਾਰ ਆਪਣੇ ਮੁਤਾਬਕ ਉਹ ਠਾਕਰ ਦੁਆਰੇ ਠਾਕਰਾਂ ਦੀ ਪੂਜਾ ਕਰਦੇ ਨੇ। ਕੋਈ ਧਰਮ ਨਹੀਂ ਮਾੜਾ ਹੁੰਦਾ। ਮਾੜੇ ਲੋਕ ਹੁੰਦੇ ਨੇ ਜਿਹੜੇ ਧਰਮ ਨੂੰ ਮੰਨਦੇ ਨਹੀਂ। ਸਾਧ ਸੰਗਤ, ਕੋਈ ਧਰਮ ਨਹੀਂ ਮਾੜਾ ਹੁੰਦਾ। ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰੇ ਧਰਮਾਂ ਦਾ ਹੀ ਸਤਿਕਾਰ ਕਰਿਆ, ਨਿੰਦਿਆ ਨਹੀਂ ਹੈ। ਜੇ ਨਿੰਦਿਆ ਤਾਂ ਪਖੰਡ ਨੂੰ ਨਿੰਦਿਆ। ਉਹ ਤਾਂ ਗੁਰੂ ਘਰ 'ਚ ਵੀ ਕਰੇਗਾ, ਉਹਦੀ ਵੀ ਨਿੰਦਿਆ ਹੀ ਹੈ ਜਿਹੜਾ ਪਖੰਡ ਕਰੇਗਾ। ਉਹ ਨਾਮਦੇਵ ਜੀ ਨੇ ਅਰਦਾਸ ਕਰੀ, ਉਹ ਦੁੱਧ ਕੀ ਛਕਣਾ ਸੀ? ਉਹ ਤਾਂ ਇੱਕ ਕਿਰਿਆ ਕਰਦਾ ਸੀ ਨਾ, ਉਹਦਾ ਨਾਨਾ ਮਾੜਾ ਜਿਹਾ ਠਾਕਰਾਂ ਲਾ ਕੇ ਬਾਕੀ ਆਪ ਹੀ ਛਕ ਲੈਂਦਾ ਸੀ। ਤੇ ਨਾਮਦੇਵ ਨੇ ਵੀ ਸੀ, ਮੇਰੇ ਨਾਨੇ ਤੋਂ ਦੁੱਧ ਪੀਂਦਾ ਭਗਵਾਨ, ਮੇਰੇ ਤੋਂ ਪਤਾ ਨਹੀਂ ਤਾਂ ਨਹੀਂ ਪੀਂਦਾ, ਮੈਂ ਪਹਿਲਾਂ ਕਦੇ ਛਕਾਇਆ ਹੀ ਨਹੀਂ ਰੱਬ ਨੂੰ। ਖੜਾ ਅੱਗੇ ਅਰਦਾਸ ਕਰਦਾ, ਦੂਧ ਪੀਓ ਮੇਰੇ ਗੋਬਿੰਦ ਰਾਏ, ਨਹੀਂ ਤਾਂ ਘਰ ਕੋ ਬਾਪ ਰਿਸਾਏ। ਮੇਰਾ ਬਾਪ ਮੈਨੂੰ ਗੁੱਸੇ ਹੋਏਗਾ ਆ ਕੇ, ਰਿਸਾਏ। ਹੁਣ ਇਹ ਤਾਂ ਬਾਣੀ ਦਾ ਬਚਨ ਹੈ, ਕਵਿਤਾ ਥੋੜ੍ਹਾ ਵੀ, ਤਾਂ ਐਵੇਂ ਕਰੀ ਜਾਂਦੇ ਨੇ। ਆ ਤੁਹਾਡੇ 'ਚ ਬਹੁਤ ਸਾਰੇ ਗੁਰਮੁਖ ਬਾਣੀ ਜਾਣਨ ਵਾਲੇ ਵੀ ਬੈਠੇ ਨੇ, ਮਾਈਆਂ ਵੀ ਪਾਠ ਕਰਦੀਆਂ ਨੇ, ਗੁਰਮੁਖ ਵੀ ਬੈਠੇ ਨੇ, ਗ੍ਰੰਥੀ ਸਿੰਘ ਵੀ। ਦੂਧ ਕਟੋਰੈ ਗੜਵੈ ਪਾਣੀ,
ਕਪਲ ਗਾਏ ਨਾਮੇ ਦੁਹਿਆਨੀ, दूध पियो मेरे गोबिंद राय, नहीं तो घर को बाप रिसाए। वो गड़वी तो ढक्कन चक के देखा, दुध उसे तरह ही है। 2-4 वारी बेनती की, नहीं छकिया। नामदेव रोन लग गया ठाकरां दे अगे बह के। वो अंतरजामी परमात्मा जानदा सी ना भी तो मैनू हाजर नाजर जानदा है। जिवें आपां जे ग्रंथ समझी जाइए कुछ नहीं मिलेगा, जिन्ना चिर सानू गुरु भावना नहीं ना आउंदी। ये तो सुप्रीम कोर्ट ने भी कह दिता ना, गुरु ग्रंथ साहिब महाराज हाजर नाजर गुरु है। ग्रंथ नहीं लिखिया उन्होंने। ग्रंथ तो बड़े ने, धार्म ग्रंथ गीता रमैन वेद शास्त्र त्रेत अंजील कुरान पुराण, ये तो सारे ग्रंथ ही ने, सत्कारयोग ने। पर किसी ते चौर साहिब थोड़ा हुंदा है, किसी के उत्ते चंदवा थोड़ा लगता है, किसी अगे भेटा थोड़ा अर्पण होंदी ने, अरदासां थोड़ियां किसी के अगे होंदियां, ये गुरु के अगे ही होंदियां। साध संगत, किसी ग्रंथ के नाम प्रॉपर्टी नहीं लग सकती। कोर्ट कहता गुरु ग्रंथ के नाम लग सकती है। हाजर नाजर गुरु है ना ये, तो जे हाजर नाजर फिर साडे तो शक भी लैंदा गुरु। शरधा होनी चाहिए। वो नामदेव रोन लग गया। ठाकर प्रगट हो के दूध पियाए, भगत घर गया, नामे हर का दर्शन पया। हुण गुरु ग्रंथ साहिब महाराज कहते नामदेव नूं निक्के हुंदे नूं ही दर्शन हो गए सी। ते नामदेव की छपरी भी बनाई सी, पाड़ पड़ोसन पूछ ले नामा, का पहचान छवाई हो, तो पै दुगनी मजदूरी दहों, मोको बेडी देहो बताई हो, री बाई बेडी दे ना जाई, देख बेडी रहो समाई। छपरी भी बनाई सी ना। दिल्ली दे विच गौ जिउंदी भी कीती सी। नामदेव सुल्तान पूछे सुनबे नामा, देखो राम तुम्हारे कामा, नामे सुल्ताने बादला बन लिया नामदेव जी नूं, देखो तेरा हर बीठला, देखांगा तेरा कित्थे बीठल भगवान। ते नामदेव ने फिर कालपुरख कहंदा, नामदेव कन्न फड़ के गऊ जिउंदी कर दे, हंकारी दा दूर कर दे हंकार। सो साध संगत जी, फिर एक बारी घोड़ी मंग ली सी नामदेव ने रब तो। पठान बन के आ गया घोड़ी ते चढ़ के, हल्ले यारा खुशखबरी, बल बल जाओ हाँ बल बल जाओ, निक्की तेरी बगारी आले तेरा नाम, कूजा आमद कूजा रफ्ती कूजा मेरवी, द्वारका नगरी रास बगोई, खूब तेरी पगरी मीठे तेरे बोल, द्वारका नगरी काहे के मगोल। ये बाणी दे प्रमाण ने, जिन्ना उत्ते कोई शंका नहीं कर सकता। साध संगत जी, बाकी तो किसी विद्वान की गल ते कोई शंका करेगा। वो पठान बन के आए सी भगवान, घोड़ी ते चढ़िया होया सी। नामदेव दे कोल आके घोड़ी सू पई, माया दी बनाई सी ना भगवान ने। वो भगवान कहंदा, वो नामदेवा विशेरा चक मेरी घोड़ी दा आके। नामदेव जी ने कपड़े धोने छड्ड दिते, विशेरा मोढे ते चक लिया। नामदेव जी कहंदे जी कित्थे छड्ड के आउणा है? कहंदे द्वारका। भगत नामदेव जी कहंदे द्वारका तो कृष्ण भगवान ने अपने भगतां वास्ते वसाई है, उत्थे तो मुगलों का घर ही कोई नहीं है। द्वारका नगरी काहे के मुगोल, उत्थे तो मुगल कोई नहीं महाराज, तुसीं किहदे घर जाना है? थल्ले सिटता विशेरा नामदेव ने। वो भगवान कहंदा की गल? कहंदा गल ये है, मैं तो घोड़ी चढ़न वास्ते मंगी सी, तू मेरे मोढियां दी विशेरा चकाता उल्टा। सगों कहंदे बस यही समझाउण आया, एक सुख पिछे तेनू बड़े दुख झलने पैणगे। वो रब दे प्यारे भगत होए ने, भगत नामदेव। 72 वारी दर्शन दिते अकाल पुरख ने, निर्गुण तो सरगुण रूप धार। गोबिंद 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 संग नाम देव मन लीना, आड़ दाम को छिपरो होयो लाखीना।
ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜਲਾਹਰਾ ਭਇਓ ਗੁਣੀ ਗਹੀਰਾ। ਭਗਤ ਕਬੀਰ ਜੀ ਜਲਾਹੇ ਜਾਤੀ ਵਿੱਚ ਹੋਏ ਨੇ, ਜਿਨ੍ਹਾਂ ਦਾ ਕੰਮ ਹੁੰਦਾ ਖੱਡੀ ਬੁਣਨੀ। ਕਬੀਰ ਜੀ ਕਹਿੰਦੇ ਮੇਰੀ ਜਾਤ ਨੂੰ ਲੋਕੀ ਮਖੌਲ ਕਰਦੇ, ਜਲਾਹੇ ਭੋਲੇ ਭਾਲੇ ਹੁੰਦੇ ਸੀ ਨਾ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਕਹਿੰਦੇ ਮੈਂ ਇਹਦੇ ਵਿੱਚ ਜਨਮ ਲੈ ਕੇ ਉਹ ਪਰਮਾਤਮਾ ਦੀ ਬੰਦਗੀ ਕਰਕੇ ਸਿਰਜਣਹਾਰ ਨੂੰ ਪ੍ਰਾਪਤ ਕਰ ਲਿਆ। ਭਗਤ ਕਬੀਰ ਜੀ ਦੇ ਵੀ ਬੜੇ ਕਾਰਜ ਕਰੇ ਨੇ ਭਗਵਾਨ ਨੇ। ਸੋ ਸਾਧ ਸੰਗਤ ਜੀ, 9 ਕਰੋੜ ਜੀਵਾਂ ਦਾ ਭਲਾ ਹੋਇਆ ਭਗਤ ਕਬੀਰ ਜੀ ਦੀ ਸੰਗਤ ਕਰਕੇ। ਰਵਿਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਮਾਇਆ ਦੇ ਤਿਆਗੀ ਤਾਂ ਹੁਣ ਵੀ ਦੁਨੀਆ 'ਚ ਬੜੇ ਨੇ। ਕਹਿੰਦੇ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਚੈੱਕ ਸਾਡੀ ਜੇਬ 'ਚ ਪਾ ਦਿਓ ਫਿਰ ਕੁਛ ਨਹੀਂ ਹੁੰਦਾ। ਇਹ ਤਾਂ ਕੰਮ ਸੌਖਾ ਹੈ, ਨਾ ਚੋਰੀ ਹੋਵੇ, ਨਾ ਕੋਈ ਚੱਕੇ, ਨਾ ਗਵਾਚੇ। ਇਹ ਤਿਆਗ ਥੋੜ੍ਹਾ, ਇਹ ਤਾਂ ਪਖੰਡ ਹੈ। ਹਾਂ ਤੁਸੀਂ ਵਸਤਰ ਲਿਆ ਦਿਓ ਭਾਵੇਂ, ਪਰ ਅਸੀਂ ਮਾਇਆ ਨਹੀਂ ਲੈਂਦੇ। ਉਹ ਜਿਹੜਾ ਲੈ ਕੇ ਆਇਆ ਉਹ ਵੀ ਤਾਂ ਮਾਇਆ ਦਾ ਹੀ ਲੈ ਕੇ ਆਇਆ। ਗੁਰੂ ਘਰ ਦੇ ਵਿੱਚ ਤਾਂ ਮਾਇਆ ਸੰਗਤ ਮੱਥਾ ਟੇਕਦੀ, ਦਾ ਲੰਗਰ ਚੱਲਦਾ, ਫਿਰ ਇਹ ਤਾਂ ਮਾਇਆ ਸਫਲੀ ਹੈ। ਸਾਧ ਸੰਗਤ ਜੀ, ਜੇ ਮਨ 'ਤੇ ਅਸਰ ਨਾ ਕਰੇ ਫਿਰ ਤਾਂ ਮਾਇਆ ਕੁਛ ਨਹੀਂ ਵਿਗਾੜ ਸਕਦੀ। ਹੱਥ ਲਾਉਣ ਨਾਲ ਤਾਂ ਕੁਛ ਨਹੀਂ ਚੰਬੜਦਾ ਇਹਨੂੰ। ਇਹ ਗੁਰੂ ਘਰ 'ਤੇ ਵੀ ਲੱਗਦੀ ਹੈ, ਗੁਰੂ ਕੇ ਲੰਗਰਾਂ 'ਤੇ ਵੀ ਲੱਗਦੀ ਹੈ, ਗਰੀਬਾਂ ਦੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਨੇ, ਪਰਉਪਕਾਰ 'ਤੇ ਵੀ ਲੱਗਦੀ ਹੈ ਮਾਇਆ। ਮਾਇਆ ਤਾਂ ਨਹੀਂ ਮਾੜੀ ਹੈ, ਮਾਇਆ ਦੀ ਵਰਤੋਂ ਮਾੜੀ ਹੈ। ਪਰ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਭਗਤ ਰਵਿਦਾਸ ਨੂੰ ਤਿਆਗੀ ਲਿਖਿਆ, ਕਿਉਂਕਿ ਗੁਰੂ ਨੂੰ ਪਤਾ ਹੈ ਕੌਣ ਤਿਆਗੀ ਹੈ, ਕੌਣ ਅੰਦਰੋਂ ਚਾਹੁੰਦਾ, ਉੱਤੋਂ ਕਹਿੰਦਾ ਨਾ ਜੀ ਸਾਨੂੰ ਤਾਂ ਲੋੜ ਹੀ ਨਹੀਂ ਹੈ। ਗੁਰੂ ਮਹਾਰਾਜ ਦਾ ਬਚਨ ਹੈ, ਭਗਤ ਰਵਿਦਾਸ ਜੀ ਨੂੰ ਲਿਖਿਆ ਬਾਣੀ ਦੇ ਵਿੱਚ। ਤਿਨ ਤਿਆਗੀ ਮਾਇਆ ਜੀ, ਤਿਆਗੀ ਮਾਇਆ ਜੀ। ਤਿਨ ਤਿਆਗੀ ਮਾਇਆ, ਤਿਆਗੀ ਮਾਇਆ ਜੀ। ਰਵਿਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਜੀ। ਰਵਿਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਜੀ। ਤਿਆਗੀ ਮਾਇਆ ਜੀ, ਤਿਨ ਤਿਆਗੀ ਮਾਇਆ ਜੀ। ਰਵਿਦਾਸ ਧਵੰਤਾ ਢੋਰ ਨੀਤ। ਮਹਾਰਾਜ ਕਹਿੰਦੇ ਜਿਹੜਾ ਮਰੇ ਪਸ਼ੂ ਰੋਜ਼ ਢੋਂਦਾ ਹੁੰਦਾ ਸੀ ਨਾ, ਉਹ ਇੰਨੇ ਤਿਆਗੀ ਹੋਏ ਨੇ ਰੱਬ ਦੇ ਭਗਤ। ਭਗਤ ਰਵਿਦਾਸ ਟੁੱਟੇ ਜੋੜੇ ਗੰਢਦੇ ਸੀ, ਨਵਿਆਂ ਚਮੜਾ ਲਿਆਉਣ ਵਾਸਤੇ ਮਾਇਆ ਹੈ ਨਹੀਂ ਸੀ। ਫਿਰ ਮੰਗਦੇ ਨਹੀਂ ਸੀ, ਕੋਈ ਦੇ ਦੇਵੇ ਤਾਂ ਵੀ ਚੰਗਾ, ਨਹੀਂ ਦੇ ਦੇਵੇ ਤਾਂ ਵੀ ਚੰਗਾ। ਟੁੱਟੀ ਛਪਰੀ 'ਚ ਰਹਿੰਦੇ ਨੇ। ਇੱਕ ਦਿਨ
ਪੰਡਤ ਬਣ ਕੇ, ਬ੍ਰਾਹਮਣ ਬਣ ਕੇ ਭਗਵਾਨ ਆ ਗਿਆ। ਕਹਿੰਦੇ ਰਵਿਦਾਸ ਭਗਤ ਜੀ, ਆ ਪਾਰਸ ਹੈ ਮੇਰੇ ਕੋਲ, ਇਹਨੂੰ ਲੋਹੇ ਨਾਲ ਲਾਈਏ ਤਾਂ ਸੋਨਾ ਬਣ ਜਾਂਦਾ ਹੈ। ਆ ਤੁਸੀਂ ਪਾਰਸ ਰੱਖ ਲਓ, ਲੋਹੇ ਨੂੰ ਲਾ ਕੇ ਸੋਨਾ ਬਣਾ ਬਣਾ ਕੇ ਅਮੀਰ ਬਣ ਜਾਓ। ਫਿਰ ਕਦੇ ਆਊਂਗਾ ਮੈਂ ਲੈ ਜਾਊਂਗਾ ਪਾਰਸ। ਉਹ ਤਾਂ ਦੇ ਕੇ ਚਲਾ ਗਿਆ। ਭਗਤ ਰਵਿਦਾਸ ਜੀ ਨੇ ਉਹ ਪਾਰਸ ਆਪਣੀ ਆਰ ਦੇ ਅੱਗੇ ਲਾਇਆ, ਜਿਹਦੇ ਨਾਲ ਜੋੜਾ ਗੰਢਦੇ ਸੀ ਨਾ, ਆਰ ਦੇ ਨਾਲ। ਉਹ ਸੋਨੇ ਦੀ ਬਣ ਗਈ ਆਰ। ਜਦ ਜੋੜਾ ਗੰਢਣ ਲੱਗੇ ਉਹ ਆੜ ਖੁੰਡੀ ਹੋ ਗਈ, ਮੁੜ ਗਈ ਆਰ, ਜੋੜਾ ਹੀ ਨਹੀਂ ਗੰਢਿਆ ਉਹਨੇ। ਭਗਤ ਜੀ ਕਹਿੰਦੇ ਮੈਂ ਸੋਨੇ ਦਾ ਕੀ ਕਰਨਾ ਸੀ, ਮੈਂ ਤਾਂ ਆਪਣਾ ਕੰਮ ਕਰਨ ਤੋਂ ਵੀ ਜਾਂਦਾ ਰਿਹਾ। ਛੱਪਰ 'ਚ ਟੰਗਤਾ ਪਾਰਸ। ਐਵੇਂ ਨਹੀਂ ਲਿਖਿਆ ਉਹ ਤਿਆਗੀ ਸੀ ਭਗਤ ਰਵਿਦਾਸ। ਗੁਰੂ ਝੂਠੀ ਵਡਿਆਈ ਨਹੀਂ ਕਰਦਾ ਕਿਸੇ ਦੀ। ਦੇਖੋ ਪਰਮਾਤਮਾ ਦੀ ਵੀ ਗੱਲ ਹੈ, ਜਿਹੜੀ ਦੁਨੀਆ ਸਾਡੇ ਤੋਂ, ਸੰਸਾਰ ਤੋਂ ਉਲਟੀ ਹੈ। ਜਿੱਥੇ ਦੁਨੀਆ ਦੀ ਮੱਤ ਖਤਮ ਹੁੰਦੀ ਹੈ, ਉੱਥੋਂ ਰੱਬ ਦੀ ਗੱਲ ਸ਼ੁਰੂ ਹੁੰਦੀ ਹੈ। ਜਿੱਥੇ ਦੁਨੀਆ ਦੀ ਸਿਆਣਪ ਖਤਮ ਹੋ ਜਾਂਦੀ ਹੈ, ਉੱਥੋਂ ਰੱਬ ਦੀ ਸ਼ੁਰੂ ਹੋ ਜਾਂਦੀ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਆਉਂਦਾ ਹੀ ਨਹੀਂ ਹੈ ਕਦੇ ਵੀ। ਹੁਣ ਰੱਬ ਨੇ ਰਵਿਦਾਸ ਜੀ ਨੂੰ ਪਾਰਸ ਦੇ ਦਿੱਤਾ। 1 ਘੰਟਾ ਆਪਾਂ ਨੂੰ ਹੀ ਦੇ ਦੇਵੇ ਕਿਤੇ, ਆ ਸਾਰੇ ਨੱਬ ਇਹਨੂੰ ਸੋਨਾ ਦਾ ਬਣਾ ਦਾਂਗੇ, ਲਾ ਲਾ ਕੇ ਧੱਕੇ ਨਾਲ ਹੀ ਲੱਗ ਜਾਂਗੇ, ਗੇਟਾਂ ਨੂੰ, ਗਾਡਰਾਂ ਨੂੰ, ਗੱਡੀਆਂ ਨੂੰ ਲਾਈ ਜਾਂਗੇ, ਤੁਰੇ ਜਾਂਦੇ। ਤਾਂ ਹੀ ਆਪਾਂ ਨੂੰ ਦਿੰਦਾ ਨਹੀਂ ਉਹ, ਵੀ ਇਹਨਾਂ ਨੂੰ ਤਾਂ ਜਿੰਨਾ ਕੁ ਦਿੱਤਾ ਉਹਦੇ ਨਾਲ ਹੀ ਆਫਰੇ ਫਿਰਦੇ ਨੇ, ਦੂਜਿਆਂ ਨੂੰ ਅੱਖਾਂ ਕੱਢਦੇ ਨੇ। ਬੋਲਿਆ ਸਵੇਰ ਨੂੰ ਖਰੀਦ ਲਾਂਗੇ, ਪਤਾ ਨਹੀਂ ਲੱਗਣਾ ਕਿੱਧਰ ਗਿਆ। ਇੰਨੇ ਨਾਲ ਹੀ ਨਹੀਂ ਟਿਕਦੇ। ਜੇ ਪਾਰਸ ਦੇਤਾ, ਸਾਧ ਸੰਗਤ ਜੀ, ਜੇ ਮਾਇਆ ਜ਼ਿਆਦੀ ਹੋ ਜਾਏ ਤਾਂ ਗਵਾਂਢੀ ਦੀ ਨੀਂਦ ਹਟ ਜਾਂਦੀ ਹੈ। ਜੇ ਆਪਣੇ ਵਾਲੀ ਘਟ ਜਾਏ ਤਾਂ ਆਪਣੀ ਨੀਂਦ ਹਟ ਜਾਂਦੀ ਹੈ। ਇਹ ਤਾਂ ਖਰਾਬ ਹੀ ਰਹਿੰਦਾ ਕੰਮ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ। ਦੋਹੋਂ ਵਸਤਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਇਹ ਤਾਂ ਜਿੱਥੇ ਕੁ ਰੱਖਦਾ ਰੱਬ ਠੀਕ ਹੀ ਹੈ, ਠੀਕ ਹੀ ਰੱਖ ਰਿਹਾ ਆਪਾਂ ਨੂੰ ਉੱਥੇ। ਇੰਨੇ ਕੁ ਜੋਗੇ ਹੀ ਹਾਂ ਆਪਾਂ ਬਸ। ਉਹ ਕਈ ਮਹੀਨਿਆਂ ਬਾਅਦ ਜਦ ਭਗਵਾਨ ਆਇਆ ਤੇ ਨਾਮਦੇਵ ਜੀ ਉਸੇ ਛੱਪਰ 'ਚ ਜੋੜੇ ਗੰਢੀ ਜਾਂਦੇ ਨੇ ਰਵਿਦਾਸ ਭਗਤ ਜੀ ਨੂੰ। ਉਹ ਭਗਵਾਨ ਕਹਿੰਦਾ ਰਵਿਦਾਸ, ਮੈਂ ਤੈਨੂੰ ਪਾਰਸ ਦੇ ਗਿਆ ਸੀ, ਤੂੰ ਉਹਨੂੰ ਵਰਤਿਆ ਨਹੀਂ। ਵਰਤਿਆ ਸੀ ਮਹਾਰਾਜ ਇੱਕ ਦਿਨ, ਉਹ ਮੈਂ ਆਰ ਦੇ ਅੱਗੇ ਲਾ ਬੈਠਾ, ਜਿਹਦੇ ਨਾਲ ਜੋੜੇ ਗੰਢਦਾ ਸੀ, ਉਹ ਸੋਨੇ ਦੀ ਬਣ ਗਈ। ਜਦ ਮੈਂ ਜੋੜਾ ਗੰਢਣ ਲੱਗਿਆ ਉਹ ਖੁੰਡੀ ਹੋ ਗਈ। ਮੈਂ ਤਾਂ ਤੁਹਾਡਾ ਉਹ ਕੀ ਦੇਖੇ ਜੀ, ਪੱਥਰ ਜਿਹਾ ਪਾਰਸ ਪੱਥਰ ਹੀ ਹੁੰਦਾ, ਇੱਕ ਪੱਥਰ ਦੀ ਕਿਸਮ ਹੁੰਦੀ ਹੈ। ਉਹਦੇ ਵਿੱਚ ਰੱਬ ਨੇ ਗੁਣ ਰੱਖਿਆ। ਬਾਣੀ 'ਚ ਪ੍ਰਮਾਣ ਦਿੱਤਾ ਕਈ ਥਾਵਾਂ ਤੇ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ, ਪਿੱਤਲ ਨੂੰ ਸੋਨਾ ਬਣਾਉਂਦਾ, ਇਸਪਾਤ ਨੂੰ, ਚਾਂਦੀ ਨੂੰ, ਤਾਂਬੇ ਨੂੰ, ਇਹ 7 ਧਾਤਾਂ ਨੂੰ ਸੋਨਾ ਬਣਾਉਂਦਾ ਪਾਰਸ ਲੱਗ ਜੇ ਨਾਲ। ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ ਉਹ। ਪਾਰਸ ਮੇਂ ਅਰ ਸੰਤ ਮੇਂ ਬੜੋ ਅੰਤਰੋ ਜਾਨ, ਬਹਿ ਲੋਹਿਓ ਕੰਚਨ ਕਰੈ ਵੈ ਕਰੈ ਆਪ ਸਮਾਨ। ਜਦ ਕੋਈ ਗੁਰੂ ਵਾਲਾ ਬਣ ਕੇ ਬੰਦਗੀ ਕਰਦਾ, ਗੁਰੂ ਉਹਨੂੰ ਆਪਣੇ ਵਰਗਾ ਬਣਾ ਲੈਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਹਰ ਹਰ ਜਨ ਦੁਇ ਏਕ ਹੈ, ਵਿਵ ਵਿਚਾਰ ਕਛ ਨਾਹੀਂ। ਜਿਨਾ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਆਪਣੇ ਵਰਗੇ ਹੀ ਬਣਾ ਲੈਂਦਾ ਗੁਰੂ ਉਹਨੂੰ। ਫਿਰ ਭਗਤ ਰਵਿਦਾਸ ਜੀ ਕਹਿੰਦੇ ਇੱਥੇ ਪਿਆ ਛੱਪਰ 'ਚ, ਲੈ ਜਾ, ਮੈਨੂੰ ਨਹੀਂ ਚਾਹੀਦਾ ਉਹ। ਮਨ ਕਰਕੇ ਵੀ ਤਿਆਗੀ ਸੀ, ਤਨ ਕਰਕੇ ਵੀ ਤਿਆਗੀ ਸੀ। ਅੱਗੇ ਆਉਂਦਾ ਸੈਣ ਭਗਤ। ਇਹ ਰਾਜੇ ਦੀ ਕੰਡ 'ਚ ਫੋੜਾ ਹੋਇਆ ਸੀ।
ਸੈਣ ਭਗਤ ਜਾ ਕੇ ਉਹਦੀ ਮਾਲਿਸ਼ ਕਰਦਾ ਸੀ, ਫਿਰ ਉਹਨੂੰ ਨੀਂਦ ਆਉਂਦੀ ਸੀ। ਨਾਲੇ ਰੱਬ ਦੀ ਭਗਤੀ ਕਰਦੇ ਸੀ, ਨਾਲੇ ਆਪਣੇ ਕੰਮਕਾਰ ਕਰਦੇ ਸੀ। ਭਗਤ ਸੈਣ ਦੇ ਘਰ ਸਾਧੂਆਂ ਦੀ ਜਮਾਤ ਆ ਗਈ। ਭਾਈ ਗੁਰਦਾਸ ਜੀ ਨੇ ਲਿਖਿਆ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ, ਛੱਡ ਨਾ ਸਕੈ ਸੰਤ ਜਨ ਰਾਜ ਦਵਾਰ ਨਾ ਸੇਵ ਕਮਾਈ। ਭਾਈ ਗੁਰਦਾਸ ਜੀ ਨੇ ਉਹ ਸਾਰੀ ਵਾਰਤਾ ਆਪਣੀਆਂ ਵਾਰਾਂ 'ਚ ਲਿਖੀ ਹੈ। ਪਿਆਰੇ ਜੀ ਸੰਤ ਪ੍ਰਾਹੁਣੇ ਆ ਗਏ, ਪਿਆਰੇ ਸੰਤ ਪ੍ਰਾਹੁਣੇ ਆ ਗਏ, ਕੀਰਤਨ ਹੋਆ ਰਹਿਣ ਸਵਾਈ, ਹੋਆ ਰਹਿਣ ਸਵਾਈ, ਕੀਰਤਨ ਹੋਆ ਰਹਿਣ ਸਵਾਈ, ਹੋਆ ਰਹਿਣ ਸਵਾਈ, ਕੀਰਤਨ ਹੋਆ ਰਹਿਣ ਸਵਾਈ, ਹੋਆ ਰਹਿਣ ਸਵਾਈ, ਪਿਆਰੇ ਜੀ ਸੰਤ ਪ੍ਰਾਹੁਣੇ ਆ ਗਏ, ਪਿਆਰੇ ਜੀ ਸੰਤ ਪ੍ਰਾਹੁਣੇ ਆ ਗਏ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਉਹ ਸੈਣ ਭਗਤ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਐਸੇ ਮਗਨ ਹੋਏ, ਰਾਜੇ ਦੇ ਦਰਬਾਰ ਜਾਣਾ ਭੁੱਲ ਗਏ। ਇੱਧਰ ਸੰਗਤ ਕਰ ਰਹੇ ਨੇ, ਸੇਵਾ ਕਰ ਰਹੇ ਨੇ। ਪਰਮਾਤਮਾ ਨੇ ਸੈਣ ਭਗਤ ਦਾ ਰੂਪ ਧਾਰਿਆ, ਰਾਜੇ ਦੀ ਮਾਲਿਸ਼ ਕਰ ਰਹੇ ਨੇ। ਸੈਣ ਰੂਪ ਹਰ ਧਾਰਕ ਹੈ। ਜਦ ਭਗਵਾਨ ਨੇ ਰਾਜੇ ਦੀ ਕੰਡ ਨੂੰ ਹੱਥ ਲਾਇਆ ਨਾ, ਪਤਾ ਨਹੀਂ ਕਿੱਧਰ ਦੁੱਖ ਚਲਿਆ ਗਿਆ, ਕਿੱਧਰ ਫੋੜਾ ਚਲਿਆ ਗਿਆ। ਐਸੀ ਗੂੜੀ ਨੀਂਦ ਆਈ, ਸਾਰੀ ਰਾਤ ਨਹੀਂ ਪਤਾ ਲੱਗਾ, ਜਿਹੜਾ ਤੜਫ ਕੇ ਰਾਤ ਕੱਟਦਾ ਹੁੰਦਾ। ਇੱਧਰ ਮਹਾਤਮਾ ਨੂੰ ਵਿਦਾ ਕਰਕੇ ਸੈਣ ਭਗਤ ਨੂੰ ਫੇਰ ਯਾਦ ਆਇਆ, ਉਹ ਰਾਜ ਤਾਂ ਗਏ ਹੀ ਨਹੀਂ ਆਪਾਂ ਦਰਬਾਰ 'ਚ, ਸਜ਼ਾ ਮਿਲੇਗੀ, ਰਾਜਾ ਸੁੱਤਾ ਹੀ ਨਹੀਂ ਹੋਣਾ। ਹੁਣ ਸੈਣ ਭਗਤ ਖਿਮਾ ਮੰਗਣ ਵਾਸਤੇ ਆ ਰਿਹਾ ਰਾਜੇ ਕੋਲ। ਇੱਧਰ ਰਾਜਾ ਆਪਣੀ ਪੋਸ਼ਾਕ ਤਿਆਰ ਕਰਕੇ ਬੈਠਾ ਵੀ, ਜਿਹੜੀ ਮਾਲਿਸ਼ ਰਾਤ ਸੈਣ ਨੇ ਕਰੀ ਹੈ ਨਾ, ਜਦ ਆਏਗਾ ਮੈਂ ਆਪਣੀ ਪੋਸ਼ਾਕ ਪਾ ਕੇ ਉਹਦੇ ਗਲ 'ਚ ਉਹਨੂੰ ਆਪਣਾ ਵਜ਼ੀਰ ਬਣਾ ਲੂੰਗਾ। ਉੱਥੋਂ ਰਾਜਾ ਸ਼ਬਦ ਲੱਗਿਆ ਨਾਈ ਵੀਰਾਂ ਦੇ ਮਗਰ। ਉਦੋਂ ਰਾਜਾ ਕਹਿਣ ਲੱਗੇ ਇਹਨੂੰ, ਹੁਣ ਨਾਈ ਸਿੰਘਾਂ ਨੂੰ ਰਾਜੇ ਕਹਿੰਦੇ ਨਾ ਆਪਾਂ, ਰਾਜਾ ਕਿੱਥੇ ਹੈ, ਉਦੋਂ ਤੋਂ ਲੱਗਿਆ ਹੋਇਆ ਹੈ। ਆ ਕੇ ਸੈਣ ਭਗਤ ਨੇ ਸਲਾਮ ਕਰੀ, ਕਿਹਾ ਬਾਦਸ਼ਾਹ। ਜਦ ਉਹ ਕਹਿਣ ਲੱਗੇ ਨਾ ਮੈਂ ਦਰਬਾਰ 'ਚ ਨਹੀਂ ਆਇਆ, ਰਾਜਾ ਉੱਠ ਕੇ ਖੜਾ ਹੋ ਗਿਆ। ਕਹਿੰਦਾ ਸੈਣ ਜੀ ਮਾਲਿਸ਼ ਤਾਂ ਰੋਜ਼ ਹੀ ਕਰਦਾ ਸੀ, ਜਿਹੜੀ ਰਾਤ ਮਾਲਿਸ਼ ਕਰੀ ਨਾ ਤੈਂ, ਮੈਨੂੰ ਪਤਾ ਹੀ ਨਹੀਂ ਲੱਗਿਆ ਦੁੱਖ ਗਿਆ ਕਿੱਧਰ ਨੂੰ।
ਇਹ ਗੱਲ ਸੁਣ ਕੇ ਸੈਣ ਭਗਤ ਬੜੇ ਗੰਭੀਰ ਹੋ ਗਏ। ਰਾਜਾ ਕਹਿੰਦਾ ਤੈਨੂੰ ਖੁਸ਼ ਹੋਣਾ ਚਾਹੀਦਾ ਸੀ, ਸੈਣ ਜੀ ਕੀ ਗੱਲ ਚੁੱਪੇ ਕਰ ਗਿਆ ਤੂੰ? ਕਹਿੰਦਾ ਮਹਾਰਾਜ ਗੱਲ ਹੀ ਇਹੋ ਜਿਹੀ ਹੈ, ਮੈਂ ਤਾਂ ਆਇਆ ਹੀ ਨਹੀਂ ਰਾਤ ਇੱਥੇ। ਤੂੰ ਕਿੱਥੇ ਸੀ? ਕਹਿੰਦਾ ਮੈਂ ਤਾਂ ਉੱਥੇ ਸੇਵਾ 'ਚ ਲੱਗਿਆ ਸੀ, ਜਮਾਤ ਆ ਗਈ ਸੀ ਸਾਧੂਆਂ ਦੀ ਸਾਡੀ ਘਰੇ, ਮੈਂ ਤਾਂ ਉੱਥੇ ਸੇਵਾ ਸੰਗਤ ਕਰਦਾ ਰਿਹਾ। ਫਿਰ ਮਾਲਿਸ਼ ਕਿਹਨੇ ਕਰੀ? ਕਹਿੰਦਾ ਜਿਹਦੀ ਯਾਦ 'ਚ ਮੈਂ ਬੈਠਾ ਸੀ ਉੱਥੇ, ਪਰਮਾਤਮਾ ਮੇਰਾ ਰੂਪ ਧਾਰ ਕੇ ਤੇਰੀ ਮਾਲਿਸ਼ ਕਰਕੇ ਗਿਆ, ਐਵੇਂ ਨਹੀਂ ਦੁੱਖ ਉੱਡ ਗਿਆ ਤੇਰਾ। ਸੋ ਸਾਧ ਸੰਗਤ ਜੀ, ਸੈਨ ਨਾਈ ਬੁੱਤ ਕਾਰਿਆ ਉਹਨਾਂ ਦੀ ਕੀਰਤ ਹੁੰਦੀ ਹੈ। ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਪੰਜਵਾਂ ਭਗਤ ਫਿਰ ਇਹ ਬਿਦ ਸੁਣ ਕੇ ਜਾਟਰੋ ਭਗਤ ਧੰਨਾ। ਸੁਣਿਆ ਵੀ ਰਵਿਦਾਸ ਨਾਮਦੇਵ ਭਗਤ ਹੋ ਗਏ ਛਿੰਬੇ ਜਾਤੀ 'ਚ, ਕਬੀਰ ਭਗਤ ਹੋ ਗਏ ਜਲਾਹੇ ਜਾਤੀ ਵਿੱਚ, ਰਵਿਦਾਸ ਭਗਤ ਹੋ ਗਏ ਚਮਾਰ ਜਾਤੀ ਵਿੱਚ, ਸੈਣ ਭਗਤ ਹੋ ਗਏ ਨਾਈ ਜਾਤੀ ਵਿੱਚ। ਜੱਟ ਨਹੀਂ ਭਗਤ ਬਣ ਸਕਦੇ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਫਿਰ ਧੰਨੇ ਨੇ ਭਗਤੀ ਕਰੀ ਭਗਵਾਨ ਦੀ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਪ੍ਰਗਟ ਹੋ ਕੇ ਭਗਵਾਨ ਮਿਲਿਆ ਭਗਤ ਧੰਨੇ ਨੂੰ। ਡੰਗਰ ਵੀ ਚਾਰਦਾ ਰਿਹਾ, ਖੂਹ ਵੀ ਹੱਕਦਾ ਰਿਹਾ, ਪੱਠੇ ਵੀ ਵੱਢਦਾ ਰਿਹਾ, ਸਾਰੇ ਕੰਮ ਕਰ ਲੈਂਦਾ। ਉਹ ਫੌਜ ਵਿੱਚ ਨੌਕਰੀ ਵੀ ਕਰ ਲੈਂਦਾ ਹੈ, ਸਾਰੇ ਨੌਕਰ ਬਣ ਕੇ ਭਾਂਡੇ ਵੀ ਮਾਂਜਦਾ ਆਪਣੇ ਭਗਤਾਂ ਦੇ ਘਰ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜਾ ਵੀ ਰੱਬ ਦੀ ਭਗਤੀ ਕਰੇਗਾ ਭਗਵਾਨ ਉਹਦੇ ਕਾਰਜ ਸਵਾਰੇਗਾ। ਫਿਰ ਉਹ ਭਗਵਾਨ ਕਹਿੰਦਾ ਧੰਨਿਆ ਸਾਰੇ ਭਗਤਾਂ ਨੇ ਮੇਰੀ ਆਰਤੀ ਕੀਤੀ ਹੈ, ਤੂੰ ਵੀ ਮੇਰਾ ਭਗਤ ਹੈ, ਤੂੰ ਵੀ ਆਰਤੀ ਕਰ। ਧੰਨਾ ਕਹਿੰਦਾ ਜੀ ਮੈਨੂੰ ਆਰਤੀ ਤਾਂ ਨਹੀਂ ਆਉਂਦੀ ਹੈ, ਹੋਰ ਕੀ ਆਉਂਦਾ ਹੈ? ਕਹਿੰਦਾ ਜੀ ਮੈਂ ਆਰਤਾ ਕਰ ਦਿੰਦਾ। ਸੁਭਾਅ ਸੀ ਨਾ ਜਿਹੋ ਜਿਹਾ, ਫਿਰ ਖੁੱਲਾ ਜਿਹਾ ਸੁਭਾਅ। ਕਹਿੰਦੇ ਚੱਲ ਤੂੰ ਆਰਤਾ ਕਰ ਦੇ ਧੰਨਿਆ। ਹੁਣ ਬਾਣੀ 'ਚ ਸਾਰੇ ਭਗਤਾਂ ਦੀ ਆਰਤੀ ਹੈ, ਧੰਨੇ ਦਾ ਆਰਤਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪੰਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਸਭ ਕੁਛ ਮੰਗਦੇ ਨੇ ਭਗਵਾਨ ਤੋਂ। ਗਊ ਭੈਂਸ ਮੰਗੋ ਲਵੇਰੀ, ਐਵੇਂ ਬਾਖੜ ਜੀ ਨਾ ਦੇ ਦੇਵੀਂ, ਪੱਠੇ ਪਾਈ ਪਾਉਂਦੇ ਫਿਰੀ ਜੀ। ਲਵੇਰੀ ਚੰਗੇ ਦੁੱਧ ਦੇਣ ਵਾਲੀ, ਲਵੇਰੀ ਦਾ ਭਾਵ ਇਹ ਹੁੰਦਾ ਦੁੱਧ ਦੇਣ ਵਾਲੀ ਗਾਂ ਮੱਝ। ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘੋੜੀ ਬੜੀ ਵਧੀਆ ਦਿਓ ਮਹਾਰਾਜ। ਉਸ ਵੇਲੇ ਅਮੀਰ ਬੰਦਿਆਂ ਕੋਲ ਘੋੜੀਆਂ ਹੀ ਹੁੰਦੀਆਂ ਸੀ। ਅਮੀਰੀ ਦੀ ਨਿਸ਼ਾਨੀ ਘੋੜੀ ਹੁੰਦੀ ਸੀ ਬਸ। ਜਿੰਨਾ ਇੱਕ ਟੱਬਰ ਦਾ ਖਰਚ ਹੁੰਦਾ ਓਨਾ ਇੱਕ ਘੋੜੀ ਇਕੱਲੀ ਦਾ ਖਰਚ ਹੁੰਦਾ। 3 ਕਿਲੋ ਅੰਨ ਦਾਣੇ ਪਰਿਵਾਰ ਵਾਸਤੇ ਨਹੀਂ ਚਾਹੀਦੇ, ਘੋੜੀ ਨੂੰ 3 ਕਿਲੋ ਰੋਜ਼ ਚਾਹੀਦੇ ਆ। ਜਿਹਦੇ ਘਰ ਘੋੜੀ ਹੁੰਦੀ ਸੀ ਉਹਦੇ ਘਰ ਚੋਰ ਨਹੀਂ ਸੀ ਜਾਂਦਾ ਹੁੰਦਾ, ਵੀ ਇਹਦੇ ਘਰ ਕੀ ਹੋਣਾ, ਜਿਹੜਾ ਬਚਿਆ ਹੋਣਾ ਘੋੜੀ ਨੇ ਖਾ ਲਿਆ ਹੋਣਾ। ਇੰਨੇ ਕੁ ਦਾਣੇ ਹੁੰਦੇ ਸੀ ਪਹਿਲਾਂ। ਅਮੀਰ ਦੇ ਘਰ ਘੋੜੀ ਹੁੰਦੀ ਸੀ। ਅੱਜ ਕੱਲ੍ਹ ਕਹਿੰਦੇ ਨੇ ਆਹ ਦੇਖੋ ਜੀ, ਆਹ ਕੀਰਤਨ ਕਰਨ ਵਾਲੇ ਗੱਡੀਆਂ 'ਚ ਫਿਰ ਰਹੇ ਨੇ, ਉਹ ਟਾਂਗਿਆਂ 'ਤੇ ਫਿਰੀਏ, ਹੁਣ ਰੇੜੇ ਰੱਖ ਲਈਏ। ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਸੀਂ ਬਣਾਏ ਸਭ ਕੁਛ ਨਾਮ ਜਪਣ ਵਾਲਿਆਂ ਵਾਸਤੇ ਹੈ, ਚੋਰਾਂ ਨੇ ਦੱਬਿਆ ਹੋਇਆ। ਜਿਹੜਾ ਮਾਂ ਪਿਓ ਹੁੰਦਾ ਉਹ ਲਾਇਕ ਪੁੱਤਰ ਨੂੰ ਸਾਰਾ ਕੁਛ ਦਿੰਦਾ ਨਾ, ਨਲਾਇਕ ਤਾਂ ਉਹਨਾਂ ਨੇ ਦਿੰਦਾ ਹੈ। ਨਲਾਇਕ ਕੌਣ ਹੁੰਦਾ? ਜਿਹੜਾ ਉਹਦਾ ਹੁਕਮ ਨਹੀਂ ਮੰਨਦਾ। ਲਾਇਕ ਕੌਣ ਹੁੰਦਾ? ਜਿਹੜਾ ਉਹਦੀ ਆਗਿਆ 'ਚ ਚੱਲਦਾ ਹੈ। ਰੱਬ ਦੇ ਪਿਆਰੇ ਗੁਰਸਿੱਖ ਪਰਮਾਤਮਾ ਦੇ ਲਾਇਕ ਪੁੱਤਰ ਨੇ, ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ। ਪਰਮਾਤਮਾ ਨੇ ਬਣਾਈ ਇਹਨਾਂ ਵਾਸਤੇ। ਤੇ ਨਲਾਇਕ ਕੌਣ ਨੇ? ਜਿਹੜੇ ਉਹਦੇ ਹੁਕਮ ਤੋਂ ਉਲਟ ਚੱਲਦੇ ਨੇ।
ਆ ਵੱਢ ਵੱਢ ਕੇ ਜੀਵਾਂ ਨੂੰ ਖਾਂਦੇ ਨੇ, ਸ਼ਰਾਬਾਂ ਪੀਂਦੇ ਨੇ। ਇਹਨਾਂ ਵਾਸਤੇ ਬਣਾਇਆ ਰੱਬ ਨੇ। ਸੋਹਣੇ ਕੱਪੜੇ ਬਸਤਰ ਉਹਨੂੰ ਸੋਹਣੇ ਲੱਗਦੇ ਨੇ ਜਿਹੜਾ ਬਾਣੀ ਪੜ੍ਹਦਾ ਹੈ, ਤੇ ਜਿਹੜਾ ਬਾਣੀ ਨਹੀਂ ਪੜ੍ਹਦਾ ਉਹ ਸੋਹਣੇ ਬਸਤਰ ਇਸ ਤਰ੍ਹਾਂ ਨੇ ਜਿਵੇਂ ਮੁਰਦੇ ਤੇ ਪਾਏ ਹੁੰਦੇ ਨੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੇ ਜੇ ਹਾਰ ਸ਼ਿੰਗਾਰ ਲਾਉਂਦਾ ਨਾ, ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਸਮਝੋ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣ ਵਾਲੀ ਗੱਲ ਹੈ। ਤੇ ਚੰਗੇ ਚੰਗੇ ਪਦਾਰਥ ਖਾਂਦਾ ਤਾਂ ਬਿਸ਼ਟਾ ਖਾਣ ਦੀ ਨਿਆਈ ਹੈ। ਜੇ ਬਾਣੀ ਨਹੀਂ ਨਾ ਪੜ੍ਹਦਾ, ਨਾਮ ਨਹੀਂ ਜਪਦਾ। ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਇਹ ਉਹਨਾਂ ਨੂੰ ਸੋਹਣੇ ਲੱਗਦੇ ਨੇ, ਬਸਤਰ ਵੀ ਸੋਹਣੇ ਲੱਗਦੇ ਉਹਨਾਂ ਨੂੰ, ਉਹਨਾਂ ਦਾ ਖਾਣਾ ਪੀਣਾ ਵੀ ਸਫਲ ਹੈ। ਇਸ ਕਰਕੇ ਸਾਧ ਸੰਗਤ ਭਗਤ ਧੰਨਾ ਕਹਿੰਦਾ, ਘੋੜੀ ਵਧੀਆ ਦਈ ਭਗਵਾਨ, ਐ ਠਿੱਬੜ ਜੀ ਕਿਤੇ ਵੱਖੀਆਂ ਚੜ੍ਹਾ ਦੇ ਉੱਤੇ ਬੈਠਿਆ, ਪਤਾ ਨਾ ਲੱਗੇ ਜਾਂ ਤੁਰੇ। ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ। ਐਵੇਂ ਕਲੇਸ਼ ਪਾਈ ਰੱਖੇ, ਸਾਰ ਨਰਕ ਬਣਾਈ ਰੱਖੇ। ਜੇ ਤਾਂ ਹੋਵੇ ਇਤਫਾਕ, ਫਿਰ ਤਾਂ ਸੁਰਗ, ਇਹਦੇ ਵਰਗਾ ਸੁਰਗ ਕੋਈ ਨਹੀਂ, ਗ੍ਰਸਤ ਵਰਗਾ। ਤੇ ਜੇ ਹੋਵੇ ਕਲੇਸ਼, ਫਿਰ ਇਹਦੇ ਵਰਗਾ ਨਰਕ ਵੀ ਕੋਈ ਨਹੀਂ। ਸਾਧ ਸੰਗਤ ਹੁਣ ਇਤਫਾਕ ਕਿਹੜੇ ਘਰ ਵਿੱਚ ਆ? ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦੇ ਵੱਢ ਵੱਢ ਖਾਂਦੇ ਨੇ ਇੱਕ ਦੂਜੇ ਨੂੰ। ਅੱਗੇ ਪਰਿਵਾਰ 'ਚ ਇੱਕ ਲਾਣੇਦਾਰ ਹੁੰਦਾ ਸੀ, ਸਾਰੇ ਉਹਦੇ ਆਖੇ ਲੱਗਦੇ। ਹੁਣ ਜਿੱਡਾ ਟੱਬਰ ਓਨੇ ਹੀ ਲਾਣੇਦਾਰ, ਆਖੇ ਕਿਹਨੇ ਲੱਗਣਾ ਇੱਥੇ ਗਏ ਤੇ? ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦੇ ਬਸ ਐਵੇਂ ਭਾਠੀ ਝੋਕਦੇ ਹਾਂ, ਕੋਈ ਨਹੀਂ ਪੁੱਛਦਾ ਕਿਸੇ, ਸਭ ਦੁਖੀ ਹਾਂ ਅਸੀਂ ਤਾਂ। ਇਤਫਾਕ ਕਿਹੜੇ ਘਰ 'ਚ ਹੁੰਦਾ ਹੈ? ਜਿਹੜੇ ਘਰ ਦੇ ਵਿੱਚ ਇਹ 6 ਗੱਲਾਂ ਇਕੱਠੀਆਂ ਹੋ ਜਾਣ: ਆਸਾ, ਇਸ਼ਟ, ਉਪਾਸ਼ਨਾ, ਖਾਨ ਪਾਨ ਪਹਿਰਾਨ, ਤੁਲਸੀ ਜਗ ਕੇ ਖਟ ਮਿਲੇ, ਤਾਹੇ ਮਿੱਤਰਤਾ ਜਾਨ। ਉਸ ਘਰ ਇਤਫਾਕ ਹੁੰਦਾ ਜਿੱਥੇ ਗੱਲਾਂ ਇਕੱਠੀਆਂ ਹੋਣ। ਜਿਹੜਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ, ਉੱਥੇ ਗੱਲਾਂ ਇਕੱਠੀਆਂ ਹੋ ਜਾਣਗੀਆਂ। ਸਾਰਿਆਂ ਨੇ ਉੱਠ ਕੇ ਇਸ਼ਨਾਨ ਕਰਨਾ ਹੈ, ਸਾਰਿਆਂ ਨੇ ਉੱਠ ਕੇ ਬਾਣੀ ਪੜ੍ਹਨੀ ਹੈ, ਸਾਰਿਆਂ ਨੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨੇ, ਸਾਰਿਆਂ ਨੇ ਸੇਵਾ ਸੰਗਤ ਕਰਨੀ ਹੈ। ਸੱਚਖੰਡ ਬਣ ਜਾਏਗਾ ਉਹ ਘਰ। ਤੇ ਜਿਹੜੇ ਘਰ ਦੇ ਵਿੱਚ ਬਾਣੀ ਨਹੀਂ ਨਾ ਪੜ੍ਹੀ ਜਾਂਦੀ, ਨਾਮ ਨਹੀਂ ਜਪਿਆ ਜਾਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਘਰ ਉਹ ਕਬਰਸਤਾਨ ਵਰਗੇ ਨੇ, ਕਬਰਸਤਾਨ ਵਰਗੇ। ਤੇ ਰਹਿਣ ਵਾਲੇ ਲੋਕ ਨੇ ਜਿਹੜੇ, ਉਹ ਭੂਤਾਂ ਪ੍ਰੇਤਾਂ ਵਰਗੇ ਨੇ। ਵੱਡ ਵੱਡ ਖਾਣਾ, ਦੁਖੀ ਰਹਿਣਾ, ਦੁਖੀ ਕਰਨਾ। ਹੋਰ ਭੂਤ ਕਿਹਨੂੰ ਕਹਿੰਦੇ ਨੇ? ਜੈ ਕਰ ਸਾਧਨਾ ਸੇਵਿਆ, ਹਰ ਕੀ ਪੂਜਾ ਨਾਹੇ, ਤੇ ਘਰ ਮਰ ਹਠ ਸਾਰ ਕੇ ਭੂਤ ਵਸੈ ਤਿਨ ਮਾਹੇ। ਵਾਲਮੀਕ ਜੀ ਨੇ ਨਾਮ ਜਪਿਆ, ਭਾਵੇਂ ਉਹਨਾਂ ਨੂੰ ਉਲਟਾ ਉਪਦੇਸ਼ ਦਿੱਤਾ ਸੀ, ਰਾਮ ਰਾਮ ਨਹੀਂ ਦਿੱਤਾ ਉਪਦੇਸ਼ ਉਹਨਾਂ ਨੂੰ ਮਰਾਂ ਮਰਾਂ ਦਾ ਉਪਦੇਸ਼ ਦਿੱਤਾ ਸੀ। ਉਲਟਾ ਜਾਪ ਜਪਤ ਜਗ ਜਾਣੇ, ਵਾਲਮੀਕ ਭਏ ਬ੍ਰਹਮ ਸਮਾਨੇ। 12 ਸਾਲ ਇੱਕ ਥਾਂ ਤੇ ਸਮਾਧੀ ਲੱਗੀ ਰਹੀ ਮਹਾਰਿਸ਼ੀ ਵਾਲਮੀਕ ਜੀ ਦੀ। ਇੰਨੀ ਗਮਤਾ ਹੋ ਗਈ, ਇੰਨੀ ਤਾਕਤ ਹੋ ਗਈ ਕਿ 10,000 ਸਾਲ ਪਹਿਲਾਂ ਵਾਲਮੀਕ ਜੀ ਨੇ ਰਮਾਇਣ ਲਿਖ ਦਿੱਤੀ। ਰਮਾਇਣ, ਵਾਲਮੀਕੀ ਰਮਾਇਣ, ਵੀ ਭਗਵਾਨ ਰਾਮ ਚੰਦਰ ਜੀ ਆਉਣਗੇ, ਆਹ ਕਰਤੱਵ ਕਰਨਗੇ, ਕੌਤਕ ਕਰਨਗੇ, ਕੌਕਤ। ਪਹਿਲਾਂ ਲਿਖਤੀ 10,000 ਸਾਲ ਵਾਲਮੀਕੀ ਜੀ। ਇੰਨੀ ਗਮਤਾ ਹੋ ਗਈ। ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਵਾਲਮੀਕ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਮਹਾਰਿਸ਼ੀ ਵਾਲਮੀਕ ਜੀ, ਉਹਨਾਂ ਦਾ ਬਾਣੀ 'ਚ ਵੀ ਜ਼ਿਕਰ ਕੀਤਾ। ਵਾਲਮੀਕੈ ਹੋਆ ਸਾਧੂ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਸੋ ਸਾਧ ਸੰਗਤ, ਜਿਨ੍ਹਾਂ ਨੇ ਨਾਮ ਜਪਿਆ, ਜਿੰਨਾ ਚਿਰ ਸੰਸਾਰ ਰਹੇਗਾ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕੇ ਜਗਤ ਮੈਂ, ਕਿਨ ਜਪਿਓ ਗੁਰਮੰਤ। ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਅਸਤੋਤਰ ਵਿੱਚ ਬੋਲੋ। ਅਰਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਅਗਲੇ ਮਹੀਨੇ ਦੇ ਪ੍ਰੋਗਰਾਮ ਨੇ ਜਿਹੜੇ ਜਿੱਥੇ ਜਿੱਥੇ
ਉਹ ਸੰਗਤਾਂ ਨੂੰ ਦੱਸੇ ਜਾਣਗੇ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਾਣਗੇ ਦਰਬਾਰ ਸਾਹਿਬ। ਫਿਰ ਸੰਗਤਾਂ ਨੇ ਲੰਗਰ ਛਕ ਕੇ ਜਾਣਾ ਹੈ। ਭਾਨੀਰੇ ਵਾਲੇ ਮਹਾਂਪੁਰਸ਼ ਬਾਬਾ ਹਰੀ ਸਿੰਘ ਜੀ ਬੜਾ ਪਿਆਰ ਪ੍ਰੇਮ ਰੱਖਦੇ ਨੇ। ਬਾਬਾ ਸੰਤੋਖ ਸਿੰਘ ਜੀ, ਬਾਬਾ ਨਾਮਦੇਵ ਸਿੰਘ ਜੀ, ਬਾਬਾ ਹਰਦੇਵ ਸਿੰਘ ਜੀ, ਇਹ ਸਾਰਿਆਂ ਨੂੰ ਅੱਧਾ ਅੱਧਾ ਘੰਟਾ ਦੇ ਦਈਏ ਟਾਈਮ, ਸ਼ਾਮ ਪੈ ਜਾਣੀ ਇੱਥੇ ਹੀ। ਤੇ ਸਾਰੇ ਸਟੇਜਾਂ 'ਤੇ ਪ੍ਰਚਾਰ ਕਰਦੇ ਨੇ ਹੈੱਡ ਗ੍ਰੰਥੀ ਬਾਬਾ ਤ੍ਰਿਲੋਚਨਪਾਲ ਸਿੰਘ, ਬਾਬਾ ਗੁਰਸੇਵਕ ਸਿੰਘ। ਜੇ ਰਹਿਣ ਸਵਾਈ ਕਰਨੀ ਹੋਵੇ ਨਾ, ਅੱਧੇ ਅੱਧੇ ਘੰਟੇ ਨਾਲ ਸਾਰੀ ਰਾਤ ਕੀਰਤਨ ਹੋ ਸਕਦਾ। ਪਰ ਇਹ ਕਹਿੰਦੇ ਨੇ ਤੁਸੀਂ ਸੁਣਾ ਦਿਓ, ਅਸੀਂ ਮਗਰ ਬਹਿ ਕੇ ਸੁਣਾਂਗੇ ਸਾਰੇ, ਕਿਉਂਕਿ 3 ਗੁਣਾ ਜ਼ਿਆਦਾ ਮਹਾਤਮ ਹੈ ਨਾ ਸੁਣਨ ਵਾਲੇ ਨੂੰ। ਕਹਿਤੇ ਪਵਿੱਤ, ਸੁਣਤੇ ਪਨੀਤ। 3 ਵਾਰੀ ਪਵਿੱਤਰ ਇਕੱਠਾ ਕਰੀਏ ਫਿਰ ਇੱਕ ਪਨੀਤ ਬਣਦਾ। ਪਵਿੱਤਰ 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 ਪਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਫਿਰ ਜ਼ਿਆਦਾ ਫਾਇਦੇ ਵਾਲਾ ਸਾਰੇ ਕੰਮ ਕਰਦੇ ਨੇ। ਸਾਨੂੰ ਕੀ ਲੋੜ ਹੈ, ਪਿੱਛੇ 3 ਗੁਣਾ ਬਹਿ ਕੇ ਲਾਹਾ ਲਵਾਂਗੇ ਨਾਲੇ ਸੁਣਾਂਗੇ। ਇਸ ਕਰਕੇ ਸਾਨੂੰ ਕਹਿੰਦੇ ਨੇ ਤੁਸੀਂ ਸੁਣਾਓ, ਅਸੀਂ ਸੁਣਾਂਗੇ। ਸੋ ਸਾਰਿਆਂ ਗੁਰਮੁਖਾਂ ਦਾ, ਜਥੇਦਾਰਾਂ ਦਾ, ਮਹਾਂਪੁਰਸ਼ਾਂ ਦਾ ਧੰਨਵਾਦ ਹੈ। ਸਾਰੀ ਸੰਗਤ ਦਾ ਧੰਨਵਾਦ ਹੈ। ਸਭ ਤੋਂ ਜ਼ਿਆਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਆਪਾਂ ਨੂੰ ਆਹ ਸੱਚਖੰਡ ਦੀਆਂ ਘੜੀਆਂ ਦਾ ਆਨੰਦ ਪ੍ਰਾਪਤ ਹੋਇਆ ਆਪਾਂ ਨੂੰ। ਸੋ ਆਓ ਸਾਰੇ ਹੁਣ ਗੁਰੂ ਅਸਤੋਤਰ ਵਿੱਚ ਬੋਲੋ। ਸੁਖਾਸਨ ਹੁੰਦਿਆਂ ਤੱਕ ਅਗਲੇ ਮਹੀਨੇ ਦਾ ਪ੍ਰੋਗਰਾਮ ਸਾਰਾ ਦੱਸਿਆ ਜਾਏਗਾ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ।
ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਗੇਗਾ ਮੁੱਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।